दोस्तों हाज़र एक होर वीडियो रिपोर्ट लैके चैनल रितेश लखी अनप्लग्ड उत्ते ते अज दी इस वीडियो रिपोर्ट विच मैं गल करांगा पंजाब दे उस बहुत चर्चित दूसरे ड्रग घोटाले दी। पहला ड्रग केस आपां सारे जानते हैं, पोला ड्रग केस, जिस विच बिक्रम सिंह मजीठिया नूं भी नामजद किया गया। कैनेडा दे तकरीबन 1 दर्जन तो वध दुनिया दे कई ਜਿਹੜੇ ड्रग्स ਦੇ ਸਮਗਲਰ ਸੀ ਉਹਨਾਂ ਦੀ ਸ਼ਮੂਲੀਅਤ ਵਾਲੇ ਉਸ ਕੇਸ ਦੀ ਪੜਤਾਲ ਦੇ ਨਾਲ-ਨਾਲ ਇੱਕ ਦੂਸਰਾ ਮਾਮਲਾ ਜੋ ਕਿ ਚਰਚਾ ਤੇ ਵਿਵਾਦਾਂ ਦੇ ਵਿੱਚ ਇਹਨਾਂ तमाम 5 ਸਾਲਾਂ ਦੇ ਵਿੱਚ 2017-18 ਤੋਂ ਬਾਅਦ ਰਿਹਾ ਹੈ, ਉਹ ਹੈ ਉਹ ਦੂਸਰਾ ਡਰੱਗ ਕੇਸ ਜਿਸ ਵਿੱਚ ਕਿ ਪੰਜਾਬ ਪੁਲਿਸ ਦੇ ਇੱਕ ਡਿਸਮਿਸ ਇੰਸਪੈਕਟਰ, ਹੁਣ ਡਿਸਮਿਸ ਤੇ ਜੇਲ੍ਹ ਦੇ ਵਿੱਚ ਬੰਦ ਇੰਸਪੈਕਟਰ ਇੰਦਰਜੀਤ, ਉਸ ਦੀ ਗ੍ਰਿਫਤਾਰੀ, ਉਸ ਕੋਲੋਂ ਬਰਾਮਦ ਕੀਤਾ ਗਿਆ ਨਸ਼ਾ ਹਥਿਆਰ, ਇਸ ਤੋਂ ਇੱਕ ਅਜਿਹੀ ਗੁੱਥੀ ਖੁੱਲਦੀ ਹੈ ਜੋ ਕਿ ਇੱਕ ਬਹੁਤ ਹੀ ਵੱਡੇ ਵਿਵਾਦ ਤੇ ਪੁਲਿਸ ਦੇ ਟੌਪ ਬਰਾਸ ਦੇ ਵਿੱਚ ਖਾਨਾ ਜੰਗੀ ਦਾ ਵਿਸ਼ਾ ਬਣੀ। ਬਾਅਦ ਦੇ ਵਿੱਚ ਐਸਐਸਪੀ ਤਤਕਾਲੀ ਤਰਨਤਾਰਨ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਵੀ ਇਸ ਕੇਸ ਦੇ ਵਿੱਚ ਨੋਮੀਨੇਟ ਕੀਤਾ ਗਿਆ ਤੇ ਹੁਣ ਤੋਂ ਕੁਝ ਹੀ ਹਫ਼ਤੇ ਪਹਿਲਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਉਹਨਾਂ ਨੂੰ ਡਿਸਮਿਸ ਵੀ ਕੀਤਾ ਗਿਆ, ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਹੁਣ ਲੁੱਕਆਊਟ ਸਰਕੂਲਰ ਜਾਰੀ ਕੀਤੇ ਗਏ ਨੇ ਤੇ ਰਾਜਜੀਤ ਸਿੰਘ ਇਸ ਵਕਤ ਫਰਾਰ ਹੈ, ਭਗੌੜਾ ਹੈ। ਸੋ ਇੰਸਪੈਕਟਰ ਇੰਦਰਜੀਤ ਯਾਨੀ ਕਿ ਡਿਸਮਿਸਡ ਇੰਸਪੈਕਟਰ ਇੰਦਰਜੀਤ ਅਤੇ ਡਿਸਮਿਸਡ ਐਸਐਸਪੀ ਰਾਜਜੀਤ ਤੋਂ ਇਲਾਵਾ ਇੱਕ ਹੋਰ ਡਿਸਮਿਸਡ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਇਸੇ ਕੇਸ ਦੇ ਵਿੱਚ ਸਲਾਖਾਂ ਦੇ ਪਿੱਛੇ ਯਾਨੀ ਕਿ ਜੇਲ੍ਹ ਦੇ ਵਿੱਚ ਇਸ ਵਕਤ ਸਿਰਫ ਇਸ ਵਾਸਤੇ ਬੰਦ ਹੈ ਕਿਉਂਕਿ ਉਸ ਨੇ ਲਿਫਾਫੇਬੰਦ ਰਿਪੋਰਟਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਖੋਲ੍ਹਣ ਨੂੰ ਲੈ ਕੇ ਜਿਹੜੀ ਤਲਖ ਬਿਆਨਬਾਜ਼ੀ ਕੀਤੀ ਸੀ, ਉਸ ਵਿੱਚ ਗੱਲਾਂ ਬਾਤਾਂ ਕੁਝ ਜੱਜਾਂ ਦੇ ਖਿਲਾਫ ਵੀ ਉਹ ਕਹਿ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਜਿਹੜੀ ਸੀ ਉਹ ਅਦਾਲਤ ਵੱਲੋਂ ਸੁਣਾਈ ਗਈ। ਸੋ ਇਹ ਜਿਹੜਾ ਦੂਸਰਾ ਕੇਸ ਹੈ, ਡਰੱਗ ਦਾ ਕੇਸ ਹੈ ਇੰਸਪੈਕਟਰ ਇੰਦਰਜੀਤ ਤੇ ਰਾਜਜੀਤ ਵਾਲਾ, ਇਹ ਕੇਸ ਮਹੱਤਵਪੂਰਨ ਅੱਜ ਚਰਚਾ ਦਾ ਵਿਸ਼ਾ ਇਸ ਵਾਸਤੇ ਬਣ ਰਿਹਾ ਹੈ ਕਿਉਂਕਿ ਇਸ ਵਿੱਚ ਜਿਹੜੀ ਹੁਣ ਕਾਰਵਾਈ ਕਰਨ ਦੀ ਮੰਗ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦਾ ਗ੍ਰਹਿ ਮਹਿਕਮਾ ਕਰਦਾ ਪਿਆ ਹੈ। ਲੇਕਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਕੇਸ ਦੇ ਵਿੱਚ ਯਾਨੀ ਕਿ ਉਹ ਮੰਗ ਜੋ ਕਿ ਸਿੱਟ ਦੀ ਰਿਪੋਰਟ ਦੇ ਵਿੱਚ ਦਿੱਤੀ ਗਈ ਸਿਫਾਰਿਸ਼, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਇੰਸਪੈਕਟਰ ਇੰਦਰਜੀਤ ਅਤੇ ਰਾਜਜੀਤ ਸਿੰਘ ਤੋਂ ਜਿਹੜੀ ਇਸ ਮਾਮਲੇ ਦੀ ਪੜਤਾਲ ਹੋਈ ਹੈ ਉਸ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਕੱਲਾ ਇੰਸਪੈਕਟਰ ਇੰਦਰਜੀਤ ਨੂੰ ਰਾਜਜੀਤ ਨੇ ਹੀ ਬਤੌਰ ਐਸਐਸਪੀ ਆਪਣੇ ਜ਼ਿਲ੍ਹੇ ਵਿੱਚ ਸੱਦ ਕੇ ਉਸ ਤੋਂ ਕੰਮ ਨਹੀਂ ਸੀ ਲਿਆ, ਬਲਕਿ ਹੋਰ ਅਜਿਹੇ ਬਹੁਤ ਅਫਸਰ ਹੋ ਸਕਦੇ ਨੇ ਜਿਨ੍ਹਾਂ ਨੇ ਇੰਸਪੈਕਟਰ ਇੰਦਰਜੀਤ ਤੋਂ ਠੀਕ ਉਸੇ ਤਰੀਕੇ ਦੇ ਨਾਲ ਕੰਮ ਲਿਆ ਜਾਂ ਉਹ ਫਾਇਦੇ ਲਏ, ਜਿਸ ਪੂਰੇ ਦੇ ਪੂਰੇ ਮੋਡਸ ਓਪਰੈਂਡਾਈ ਤਹਿਤ ਇੰਦਰਜੀਤ ਸਿੰਘ ਨਸ਼ੇ ਦੇ ਤਸਕਰਾਂ ਦੇ ਖਿਲਾਫ ਪਹਿਲਾਂ ਕਾਰਵਾਈ ਕਰਦਾ ਸੀ, ਉਹਨਾਂ ਦੇ ਝੂਠੇ ਸੱਚੇ ਕੇਸ ਵੀ ਦਰਜ ਕਰਦਾ ਸੀ, ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਉਹਨਾਂ ਹੀ ਕੇਸਾਂ ਨੂੰ ਗੇਰ ਦਿੰਦਾ ਸੀ, ਉਹਨਾਂ ਹੀ ਕੇਸਾਂ ਨੂੰ ਕਮਜ਼ੋਰ ਕਰਨ ਦੇ ਵਿੱਚ ਪੈਸੇ ਲੈ ਕੇ ਉਹਨਾਂ ਤੋਂ ਮਦਦ ਕਰਦਾ ਸੀ। ਸੋ ਮਲਟੀਪਲ ਲੈਵਲ ਦੇ ਜਿਹੜੇ ਐਲੀਗੇਸ਼ਨਸ ਇੰਸਪੈਕਟਰ ਇੰਦਰਜੀਤ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਉਸ ਉੱਤੇ ਲੱਗੇ ਤੇ ਹੁਣ ਰਾਜਜੀਤ ਸਿੰਘ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਹੈ। ਮੰਗ ਇਹ ਕੀਤੀ ਗਈ ਸੀ ਕਿ ਇਸ ਕੇਸ ਦੇ ਵਿੱਚ ਜਿਹੜੇ ਹੋਰ ਸੀਨੀਅਰ ਅਫਸਰ ਹੈਗੇ ਨੇ ਜਿਨ੍ਹਾਂ ਨੇ ਕਿਸੇ ਵੀ ਸਮੇਂ ਦੇ ਉੱਤੇ ਇੰਸਪੈਕਟਰ ਇੰਦਰਜੀਤ ਨੂੰ ਆਪਣੇ ਇਲਾਕੇ ਦੇ ਵਿੱਚ ਜਾਂ ਆਪਣੀ ਜੁਰਿਸਡਿਕਸ਼ਨ ਦੇ ਵਿੱਚ ਕੰਮ ਕਰਨ ਲਈ ਸੱਦਿਆ, ਬੁਲਾਇਆ, ਉਸ ਦੀ ਸਿਫਾਰਿਸ਼ ਕੀਤੀ ਜਾਂ ਉਸ ਨੂੰ ਕਿਸੇ ਵੀ ਕਿਸਮ ਦੀ ਫੇਵਰ ਦਿੱਤੀ, ਉਹ ਸਾਰੇ ਦੇ ਸਾਰਿਆਂ ਦਾ ਖਾਕਾ ਫਰੋਲਿਆ ਜਾਵੇ ਤੇ ਮਾਮਲੇ ਦੀ ਇਨਵੈਸਟੀਗੇਸ਼ਨ ਵਿਆਪਕ ਪੱਧਰ ਤੇ ਇੱਕ ਵਿਸਤਾਰ ਸਹਿਤ ਕੀਤੀ ਜਾਵੇ। ਲੇਕਿਨ ਪੰਜਾਬ ਦੇ ਡੀਜੀਪੀ ਵੱਲੋਂ ਇੱਕ ਨਿਲ ਰਿਪੋਰਟ ਜਿਹੜੀ ਹੁੰਦੀ ਹੈ ਉਹ ਇੱਕ ਜਵਾਬ ਵਜੋਂ ਭੇਜਤੀ ਗਈ ਹੈ ਗ੍ਰਹਿ ਸਕੱਤਰ ਨੂੰ। ਇਸ ਚੀਜ਼ ਦਾ ਜ਼ਿਕਰ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਉੱਭਰਿਆ ਸੀ। ਕੁਝ ਦਿਨ ਪਹਿਲਾਂ ਪੰਜਾਬੀ ਲਿੰਕ ਚੈਨਲ ਉੱਤੇ ਮੈਂ ਆਪਣੀ ਗੱਲਬਾਤ ਦੌਰਾਨ ਵੀ ਕਿਹਾ ਸੀ ਕਿ ਇਸ ਚੀਜ਼ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਜਾਂ ਜਿਹੜੇ ਟੌਪ ਬਰਾਸ ਸੀਨੀਅਰ ਮੋਸਟ ਅਧਿਕਾਰੀ ਹੈਗੇ ਨੇ ਉਹ ਆਪਣੇ ਕਲੀਗਸ, ਆਪਣੇ ਸਾਥੀਆਂ, ਆਪਣੇ ਡਿਪਾਰਟਮੈਂਟ ਦੇ ਜਿਹੜੇ ਉਹਨਾਂ ਦੇ ਕਾਊਂਟਰ ਪਾਰਟਸ ਹੁੰਦੇ ਨੇ ਉਹਨਾਂ ਦੇ ਖਿਲਾਫ ਜੇ ਕੋਈ ਅਜਿਹੀ ਜਾਂਚ ਦਾ ਸੇਕ ਵਧਣਾ ਸ਼ੁਰੂ ਹੁੰਦਾ ਹੈ ਉਸ ਨੂੰ ਅੱਗੇ ਵਧਣ ਦੇਣਗੇ ਜਾਂ ਫਿਰ ਇਸ ਤਰੀਕੇ ਦੀਆਂ ਪੜਤਾਲਾਂ ਨੂੰ ਮੁਕੰਮਲ ਹੋਣ ਦੇਣਗੇ। ਸੋ ਪੰਜਾਬ ਦੇ ਜਿਹੜੇ ਡੀਜੀਪੀ ਨੇ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਹੀ ਇੱਕ ਨਿਲ ਰਿਪੋਰਟ ਭੇਜੀ ਹੈ ਜਦੋਂ ਕਿ ਉਹਨਾਂ ਨੂੰ ਗ੍ਰਹਿ ਮਹਿਕਮਾ ਕਹਿ ਰਿਹਾ ਕਿ ਤੁਸੀਂ ਐਸਆਈਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਇਸ ਚੀਜ਼ ਦੀ ਪੜਤਾਲ ਕਰੋ ਕਿ ਇੰਸਪੈਕਟਰ ਇੰਦਰਜੀਤ ਤੋਂ ਹੋਰ ਕਿਹੜੇ ਪੁਲਿਸ ਅਫਸਰਾਂ ਨੇ ਕੰਮ ਲਿਆ, ਫੇਵਰਾਂ ਲਈਆਂ ਤੇ ਉਹਨਾਂ ਦੀ ਵੀ ਪੜਤਾਲ ਉਸੇ ਤਰੀਕੇ ਨਾਲ ਹੋਵੇ ਜਿਵੇਂ ਕਿ ਐਸਐਸਪੀ ਰਾਜਜੀਤ ਸਿੰਘ ਦੀ ਹੋਈ ਹੈ। ਲੇਕਿਨ ਇਸ ਕੇਸ ਦੇ ਵਿੱਚ ਨਿਲ ਰਿਪੋਰਟ ਭੇਜਣ ਦਾ ਮਤਲਬ ਇਹ ਹੈ ਕਿ ਜਵਾਬ ਇਹ ਪੰਜਾਬ ਦੇ ਪੁਲਿਸ ਮੁਖੀ ਵੱਲੋਂ ਦਿੱਤਾ ਗਿਆ ਹੈ ਕਿ ਇੰਸਪੈਕਟਰ ਇੰਦਰਜੀਤ ਬਾਰੇ ਜਾਂ ਉਸ ਦੀ ਕੋਈ ਤਰੱਕੀ ਕਰਨ ਬਾਰੇ, ਉਸ ਦੀ ਕੋਈ ਸਿਫਾਰਿਸ਼ ਕਰਨ ਸੰਬੰਧੀ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਨੇ ਅੱਜ ਤੱਕ ਕੋਈ ਸਿਫਾਰਿਸ਼ ਨਹੀਂ ਕੀਤੀ। ਸੋ ਇਸ ਕੇਸ ਦੇ ਵਿੱਚ ਕੋਈ ਜਾਂਚ ਜਾਂ ਕੋਈ ਵੀ ਪੜਤਾਲ ਅੱਗੇ ਨਹੀਂ ਬਣਦੀ। ਇਸ ਦਾ ਮੋਟਾ ਅਰਥ ਕੱਢਿਆ ਜਾ ਸਕਦਾ ਹੈ। ਸੋ ਮੇਰੇ 2-3 ਪੁਆਇੰਟ ਹੈਗੇ ਨੇ ਇਸ ਵਿਸ਼ੇ ਨੂੰ ਲੈ ਕੇ। ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਜਦੋਂ ਇੰਦਰਜੀਤ ਸਿੰਘ ਦੇ 14 ਮਹੀਨੇ ਦਾ ਉਹ ਕਾਰਜਕਾਲ ਜਦੋਂ ਉਸ ਨੂੰ ਜਲੰਧਰ ਦਿਹਾਤੀ ਇਲਾਕੇ ਤੋਂ ਤਰਨਤਾਰਨ ਦੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਬਣਨ ਤੋਂ ਬਾਅਦ ਐਸਐਸਪੀ ਰਾਜਜੀਤ, ਉਸ ਤਤਕਾਲੀ ਐਸਐਸਪੀ ਨੇ 2013
ਮਈ 2013 ਦੇ ਵਿੱਚ ਸੱਦਿਆ ਸੀ, ਉਸ ਦੀ ਸਿਫਾਰਿਸ਼ ਕੀਤੀ ਸੀ ਤੇ ਹੈੱਡਕੁਆਟਰ ਨੂੰ ਇਹ ਰਿਕਮੈਂਡੇਸ਼ਨ ਭੇਜੀ ਸੀ ਕਿ ਇਹ ਅਫਸਰ ਮੈਨੂੰ ਤਰਨਤਾਰਨ ਹਲਕੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਕੰਮ ਲਈ ਚਾਹੀਦਾ ਹੈ। ਇੱਕ ਐਸਐਸਪੀ ਵੱਲੋਂ ਸਿਫਾਰਿਸ਼ ਤੋਂ ਬਾਅਦ ਇੰਦਰਜੀਤ ਸਿੰਘ ਦਾ ਤਬਾਦਲਾ ਜਲੰਧਰ ਦਿਹਾਤੀ ਤੋਂ ਤਰਨਤਾਰਨ ਜ਼ਿਲ੍ਹੇ ਵਿੱਚ ਕਰਤਾ ਜਾਂਦਾ ਹੈ ਤੇ ਤਰਨਤਾਰਨ ਜ਼ਿਲ੍ਹੇ ਦੀ ਤੈਨਾਤੀ ਦੇ ਉਸ ਦੇ ਦੂਸਰੇ ਦਿਨ ਹੀ ਉਸ ਨੂੰ ਪੰਜਾਬ ਪੁਲਿਸ ਦੇ ਰੂਲਸ ਤੇ ਜਿਹੜੇ ਨਿਯਮ ਹੈਗੇ ਨੇ ਉਹਨਾਂ ਨੂੰ ਤਾਕ ਤੇ ਰੱਖਦਿਆਂ ਹੋਇਆ ਜਾਂ ਕਹਿ ਲਓ ਕਿ ਉਹਨਾਂ ਦੀ ਧੱਜੀਆਂ ਉਡਾਉਂਦਿਆਂ ਹੋਇਆ ਉਸ ਨੂੰ CIA ਦਾ ਮੁਖੀ ਲਾਤਾ ਜਾਂਦਾ ਹੈ। ਹੁਣ ਮੈਂ ਪਹਿਲਾਂ ਵੀ ਦੱਸਿਆ ਸੀ 2011-12 ਤੋਂ ਬਾਅਦ ਸੁਮੇਧ ਸਿੰਘ ਸੈਣੀ DGP ਬਣਦੇ ਨੇ। ਉਹਨਾਂ ਤੋਂ ਪਹਿਲਾਂ ਇੱਕ ਜਿਹੜੇ ਹੋਰ DGP ਸਨ ਉਹਨਾਂ ਦੇ ਵਕਤਾਂ ਤੋਂ ਇਹ ਜਿਹੜਾ ORP ਰੈਂਕ ਹੈ ਜਿਸ ਦੇ ਵਿੱਚ ਕਿ ਇੱਕ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਦੇ ਰੈਂਕ ਦੇ ਕਿਸੇ ਵੀ ਕਰਮਚਾਰੀ ਨੂੰ, ਅਫਸਰ ਨੂੰ, ਮੁਲਾਜ਼ਮ ਨੂੰ ਤੁਸੀਂ ਤਰੱਕੀਆਂ ਦੇ ਕੇ ਉਸ ਨੂੰ ਰੈਂਕ ਦਰ ਰੈਂਕ ਪ੍ਰਮੋਟ ਕਰ ਸਕਦੇ ਹੋ। ਕੁਝ ਅਜਿਹੀਆਂ ਸਪੈਸ਼ਲ ਤਾਕਤਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਚੱਲਦਿਆਂ ਰਿਕਮੈਂਡੇਸ਼ਨਸ ਤੋਂ ਬਾਅਦ ਇਹਨਾਂ ਨੂੰ ਸਬਸਟੈਂਸਿਵ ਰੈਂਕ ਦਿੱਤੇ ਜਾਂਦੇ ਨੇ। ਸੋ ਉਸੇ ਤਹਿਤ 14 ਮਹੀਨੇ ਦੀ ਜਿਹੜੀ ਪੋਸਟਿੰਗ ਸੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰਾਜਜੀਤ ਦੀ, ਉਸ ਪੋਸਟਿੰਗ ਦੌਰਾਨ 2 ਬੈਕ ਟੂ ਬੈਕ ਡਬਲ ਪ੍ਰਮੋਸ਼ਨਸ ਜਿਹੜੀਆਂ ਸੀ ਉਹ ਇੰਸਪੈਕਟਰ ਇੰਦਰਜੀਤ ਨੂੰ ਦਿੱਤੀਆਂ ਗਈਆਂ। ਇਹਨਾਂ 14 ਮਹੀਨਿਆਂ ਦੌਰਾਨ ਇੰਦਰਜੀਤ ਨੇ ਤਰਨਤਾਰਨ ਦੇ ਕਈ ਜਿਹੜੇ ਵੱਡੇ ਡਰੱਗ NDPS ਦੇ ਜਿਹੜੇ ਕੇਸ ਹੁੰਦੇ ਨੇ, ਡਰੱਗ ਦੀ ਤਸਕਰੀ ਦੇ ਕੇਸ ਸੀ, ਉਹਨਾਂ ਨੂੰ ਕ੍ਰੈਕ ਕੀਤਾ, ਬ੍ਰੇਕ ਕੀਤਾ। ਲੇਕਿਨ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਉਹੀ ਕੇਸ ਢਿੱਲੇ ਪੈ ਗਏ, ਗਿਰ ਗਏ, ਕਿਉਂਕਿ ਸਭ ਤੋਂ ਵੱਡਾ ਕਾਰਨ, ਮੈਂ ਪਹਿਲਾਂ ਵੀ ਇੰਸਪੈਕਟਰ ਇੰਦਰਜੀਤ ਦੇ ਸੰਬੰਧ ਦੇ ਵਿੱਚ 3-4 ਰਿਪੋਰਟਾਂ ਬਣਾਈਆਂ ਹੈਗੀਆਂ ਨੇ। ਮੈਂ ORP ਰੈਂਕਸ ਨੂੰ ਲੈ ਕੇ ਵੀ ਮਾਰਚ 2021, ਅਪ੍ਰੈਲ 2021 ਦੇ ਵਿੱਚ ਮੇਰੀਆਂ ਬਹੁਤ ਅਜਿਹੀਆਂ ਰਿਪੋਰਟਸ ਆਈਆਂ ਉਹਨਾਂ ਦਿਨਾਂ ਦੇ ਵਿੱਚ, ਜਦੋਂ ਕਿ ਆਪਾਂ ਸਪੈਸੀਫਿਕਲੀ ਇਸ ਵਿਸ਼ੇ ਉੱਤੇ ਹੀ ਰਿਪੋਰਟਸ ਬਣਾਈਆਂ। ਆਪਾਂ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ORP ਰੈਂਕ ਉੱਤੇ ਤੈਨਾਤ, ਮੈਂ ਇਹਨਾਂ ਨੂੰ ਕਹਾਂਗਾ ਉਹ ਕਰਮਚਾਰੀ ਜੋ ਕਿ ਕੁਆਲੀਫਾਈਡ ਨਹੀਂ ਹੈਗੇ ਨੇ। ਪੰਜਾਬ ਪੁਲਿਸ ਦੇ ਰੂਲ ਵੀ ਪਰਮਿਟ ਨਹੀਂ ਕਰਦੇ ਨੇ ਇੱਕ ਇੰਸਪੈਕਟਰ ਬਣਨ ਲਈ, ਇੱਕ CIA ਇੰਚਾਰਜ ਬਣਨ ਲਈ ਕਿਸੇ ਵੀ ਜ਼ਿਲ੍ਹੇ ਦਾ ਤੁਹਾਡੇ ਕੋਲ ਇੱਕ ਤਜਰਬਾ ਹੋਣਾ ਚਾਹੀਦਾ ਹੈ, ਇੱਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਇੱਕ ਰੈਂਕ ਹੋਣਾ ਚਾਹੀਦਾ ਹੈ। ਜਿਸ ਦੌਰ ਦੇ ਵਿੱਚ ਇੰਦਰਜੀਤ ਨੂੰ ਡਬਲ ਪ੍ਰਮੋਸ਼ਨਸ ਦਿੱਤੀਆਂ ਗਈਆਂ, ਉਸ ਨੂੰ CIA ਇੰਚਾਰਜ ਤਰਨਤਾਰਨ ਦੇ ਵਿੱਚ ਬਣਾਇਆ ਗਿਆ, ਉਹਨਾਂ ਸਮਿਆਂ ਦੇ ਵਿੱਚ ਉਸ ਜ਼ਿਲ੍ਹੇ ਦੇ ਵਿੱਚ 60 ਹੋਰ ਕਾਬਲ ਪੁਲਿਸ ਅਫਸਰ ਮੌਜੂਦ ਸਨ, ਜਿਨ੍ਹਾਂ ਵਿੱਚੋਂ 19 ਰੈਗੂਲਰ ਇੰਸਪੈਕਟਰ ਸਨ। ਰੂਲਸ ਦੇ ਮੁਤਾਬਕ ਸੀਨੀਅਰ ਮੋਸਟ ਜਿਹੜਾ ਇੰਸਪੈਕਟਰ ਹੁੰਦਾ ਹੈ ਉਸੇ ਨੂੰ ਕਿਸੇ ਜ਼ਿਲ੍ਹੇ ਦਾ CIA ਇੰਸਪੈਕਟਰ ਲਾਇਆ ਜਾਣਾ ਚਾਹੀਦਾ ਹੈ। ਲੇਕਿਨ ਪੰਜਾਬ ਦਾ ਦੁਖਾਂਤ ਇਹ ਹੈ ਤੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਦੁਖਾਂਤ ਪਿਛਲੇ ਜੇ ਆਪਾਂ 15-20 ਸਾਲਾਂ ਦੇ ਵਿੱਚ ਵੇਖ ਲਈਏ, ਉਹ ਇੰਸਪੈਕਟਰ ਜਿਹੜੇ ਸੀਨੀਅਰ ਮੋਸਟ ਕਾਬਲ ਤਜਰਬੇਕਾਰ ਅਫਸਰ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਉਹਨਾਂ ਅਹੁਦਿਆਂ ਤੇ ਨਹੀਂ ਲਾਇਆ ਜਾਂਦਾ। ਇਹਨਾਂ ਅਹੁਦਿਆਂ ਦੇ ਉੱਤੇ ਜ਼ਿਆਦਾਤਰ ORP ਰੈਂਕ ਦੇ ਹੀ ਅਫਸਰ ਰੱਖੇ ਜਾਂਦੇ ਨੇ। ਇਸ ਵਿੱਚ ਇੱਕ ਮਿਸਾਲ ਪ੍ਰਿਤਪਾਲ, ਉਸ CIA ਇੰਚਾਰਜ ਦੀ ਮਾਨਸੇ ਦੀ ਹੈ ਜਿਸਨੇ ਦੀਪਕ ਟੀਨੂ ਨੂੰ ਭਜਵਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਸੀ ਉਹ ਅਦਾ ਕੀਤੀ ਸੀ। ਆਪਾਂ ਉਸ ਵਕਤ ਵੀ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਆਪਾਂ ਇੰਸਪੈਕਟਰ ਇੰਦਰਜੀਤ ਦਾ ਜ਼ਿਕਰ ਕੀਤਾ ਸੀ। ਸੋ ਵਾਪਸ ਤਰਨਤਾਰਨ ਉੱਤੇ ਆਉਂਦੇ ਹਾਂ। ਤਰਨਤਾਰਨ 2013 ਤੋਂ 2014 ਦੇ ਤਕਰੀਬਨ 14-15 ਮਹੀਨਿਆਂ ਦਾ SSP ਰਾਜਜੀਤ ਦਾ ਕਾਰਜਕਾਲ, ਜਿਸ ਦੌਰਾਨ 60 ਹੋਰ ਕਾਬਲ ਪੁਲਿਸ ਅਫਸਰਾਂ ਨੂੰ ਸਾਈਡਲਾਈਨ ਕਰਕੇ ਇੰਸਪੈਕਟਰ ਇੰਦਰਜੀਤ ਨੂੰ CIA ਇੰਚਾਰਜ ਬਣਾਇਆ ਗਿਆ। ਉਹ ਮੁਕੱਦਮੇ ਦਰਜ ਕੀਤੇ ਇੰਸਪੈਕਟਰ ਇੰਦਰਜੀਤ ਨੇ, ਧਰਪਕੜ ਵੀ ਹੋਈ, ਡਰੱਗਸ ਦੇ ਸਮਗਲਰ ਫੜੇ ਵੀ ਗਏ, ਰਿਕਵਰੀ ਵੀ ਹੋਈ। ਲੇਕਿਨ ਇੰਸਪੈਕਟਰ ਇੰਦਰਜੀਤ ਦੇ ਕੇਸਾਂ ਦੇ ਵਿੱਚ ਇੱਕ ਜਿਹੜੀ ਪੈਕਿਊਲਿਅਰਿਟੀ ਸੀ ਉਹ ਇਹ ਸੀ ਕਿ ਰਿਕਵਰੀ ਦੇ ਨਾਂ ਦੇ ਉੱਤੇ ਤਾਂ ਉਸ ਦੇ ਨਾਂ ਸਿਰ ਰਿਕਾਰਡ ਬੋਲਦੇ ਸੀ, ਲੇਕਿਨ ਅਦਾਲਤਾਂ ਦੇ ਵਿੱਚ ਜਦੋਂ ਖੜ ਕੇ ਇਹਨਾਂ ਕੇਸਾਂ ਦੀ ਪੈਰਵੀ ਕਰਨੀ ਹੁੰਦੀ ਸੀ, ਮੈਂ ਪਹਿਲਾਂ ਵੀ ORP ਵਾਲੀ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ ਕਿ ਅਦਾਲਤ ਸਭ ਤੋਂ ਪਹਿਲਾਂ ਇਹ ਪੁੱਛਦੀ ਹੈ ਕਿ ਜਿਹੜਾ ਤਫਤੀਸ਼ੀ ਅਫਸਰ ਹੈ ਉਸ ਦਾ ਰੈਂਕ ਕੀ ਹੈ। ਜੇ ਉਸ ਦਾ ਰੈਂਕ ਸਬਸਟੈਂਟਿਵ ਰੈਂਕ ਨਹੀਂ ਹੈ, ਯਾਨੀ ਕਿ ਉਸ ਦਾ ਅਸਲ ਰੈਂਕ ਬਿਲੋ ਦ ਸਟੈਂਡਰਡ ਹੈ, ਉਹ ਸਟੈਂਡਰਡ ਜੋ ਕਿ ਪੰਜਾਬ ਪੁਲਿਸ ਰੂਲਸ ਦੇ ਵਿੱਚ ਮੈਂਡੇਟ ਕੀਤਾ ਗਿਆ ਹੈ, ਉਹਨਾਂ ਕੇਸਾਂ ਦੇ ਵਿੱਚ ਆਟੋਮੈਟਿਕਲੀ ਨਸ਼ੇ ਦੀ ਤਸਕਰੀ ਦੇ ਕੇਸ ਢਿੱਲੇ ਪੈ ਜਾਂਦੇ ਨੇ। ਤੇ ਇਹ ਉਹ ਸਟੈਂਡਰਡ ਮੋਡਸ ਆਪਰੈਂਡੀ ਹੈ ਜਿਸ ਨੂੰ ਵਰਤ ਕੇ ਨਾ ਸਿਰਫ ਇੰਸਪੈਕਟਰ ਇੰਦਰਜੀਤ ਤੇ ਰਾਜਜੀਤ ਸਿੰਘ ਨੇ ਇੱਕ ਪਾਸੇ ਨਸ਼ੇ ਦੇ ਤਸਕਰਾਂ ਨੂੰ ਫੜਿਆ ਵੀ, ਉਹਨਾਂ ਤੋਂ ਧਰਪਕੜ ਵੀ ਕੀਤੀ। ਹੁਣ ਹੋ ਕੀ ਰਿਹਾ ਸੀ? ਹੋ ਇਹ ਰਿਹਾ ਸੀ ਕਿ ਇੱਕ ਪਾਸੇ ਤਾਂ ਇੰਸਪੈਕਟਰ ਇੰਦਰਜੀਤ ਅਤੇ ਰਾਜਜੀਤ ਸਿੰਘ ਵੱਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਸੀ, ਵੱਡੀਆਂ ਖੇਪਾਂ ਜਿਹੜੀਆਂ ਸੀਗੀਆਂ, ਜਿਹੜੇ ਕੰਸਾਈਨਮੈਂਟ ਸੀ ਡਰੱਗਸ ਦੇ, ਉਹਨਾਂ ਦੀ ਰਿਕਵਰੀ ਕੀਤੀ ਜਾ ਰਹੀ ਸੀ, ਰਿਕਾਰਡ ਦਾ ਰਿਕਾਰਡ ਬਣਾਏ ਜਾ ਰਹੇ ਸੀ, ਤੋੜੇ ਜਾ ਰਹੇ ਸੀ। ਲੇਕਿਨ ਦੂਸਰੇ ਪਾਸੇ ਇਹਨਾਂ ਹੀ ਸਮਗਲਰਸ, ਪੈਡਲਰਸ ਦੇ ਨਾਲ ਡੀਲ ਸਟ੍ਰਾਈਕ ਕਰ ਲਈ ਜਾਂਦੀ ਸੀ। ਬਹੁਤ ਸੇ ਕੇਸਿਸ ਅਜਿਹੇ ਰਹੇ ਇੰਸਪੈਕਟਰ ਇੰਦਰਜੀਤ ਉੱਤੇ ਜਿਹੜੇ ਇਲਜ਼ਾਮ ਲੱਗੇ, ਉਹਨਾਂ ਨੇ ਬਹੁਤ ਲੋਕਾਂ ਨੂੰ ਝੂਠਾ ਵੀ ਫਸਾਇਆ। ਉਹਨਾਂ ਦੇ ਉੱਤੇ ਫੇਕ ਕੇਸ ਯਾਨੀ ਕਿ ਝੂਠੇ ਕੇਸ ਦਰਜ ਵੀ ਕੀਤੇ। ਕੇਸ ਜਿਹੜੇ ਦਰਜ ਕੀਤੇ ਗਏ ਉਸ ਦੇ ਵਿੱਚ ਜਿਹੜਾ ਨਸ਼ਾ ਜਾਂ ਉਹਨਾਂ ਦੇ ਉੱਤੇ ਕੋਈ ਡਰੱਗ ਨੂੰ ਫਿੱਟ ਕੀਤਾ ਜਾਣਾ ਕਿਹਾ ਜਾਂਦਾ ਹੈ ਪਾਇਆ ਗਿਆ, ਉਸ ਦੇ ਵਿੱਚ ਵੀ ਜਿਹੜਾ ਡਰੱਗ ਸੀ ਉਹ ਨਕਲੀ ਕਈ ਕੇਸਾਂ ਦੇ ਵਿੱਚ ਪਾਇਆ ਗਿਆ। ਜਿਹੜੇ ਕੇਸ ਜੈਨੂਇਨ ਫੜੇ ਗਏ ਉਹਨਾਂ ਕੇਸਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਸਬੂਤਾਂ ਨੂੰ ਕਮਜ਼ੋਰ ਕਰਤਾ ਗਿਆ। ਤੇ ਸਭ ਤੋਂ ਵੱਡੀ ਕਮਜ਼ੋਰੀ ਤਾਂ ਖੁਦ ਇੰਸਪੈਕਟਰ ਇੰਦਰਜੀਤ ਹੀ ਸੀ
ਜਿਸ ਦੀ ਆਪਣੀ ਗਵਾਹੀ ਬਤੌਰ ਤਫਤੀਸ਼ੀਆ ਅਫਸਰ ਵੈਲਿਡ ਨਹੀਂ ਸੀ ਪੰਜਾਬ ਪੁਲਿਸ ਰੂਲਸ ਦੇ ਮੁਤਾਬਕ। ਇੱਕ ਪਾਸੇ ਤਾਂ ਖਾਨਾ ਪੂਰਤੀ ਦੇ ਰੂਪ ਵਿੱਚ ਕਾਗਜ਼ਾਂ ਦਾ ਰਿਕਾਰਡਾਂ ਦਾ ਪੇਟ ਭਰ ਕੇ ਇਹ ਅਫਸਰ ਆਪਣੀ ਜੌਬ ਨੂੰ ਆਪਣੇ ਕੰਮ ਨੂੰ ਜਸਟੀਫਾਈ ਕਰ ਰਹੇ ਸਨ, ਲੇਕਿਨ ਦੂਸਰੇ ਪਾਸੇ ਮੋਟੀ ਕਮਾਈ ਇਹਨਾਂ ਨੂੰ ਹੋ ਰਹੀ ਸੀ, ਕਾਲਾ ਪੈਸਾ, ਕਾਲੀ ਕਮਾਈ, ਜਿਸ ਤੋਂ ਕੀ ਦੱਸਿਆ ਜਾਂਦਾ ਹੈ SIT ਰਿਪੋਰਟ ਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਲੈਂਡ ਡੀਲਸ, ਪਲਾਟਸ ਵਗੈਰਾ ਜਿਹੜੇ ਸੀ ਰਾਜਜੀਤ ਦੇ 7 ਪਲਾਟ ਉਸਦੇ ਦੱਸੇ ਜਾਂਦੇ ਨੇ, ਜਿਨ੍ਹਾਂ ਵਿੱਚੋਂ 6 ਰਿਹਾਇਸ਼ੀ, ਇੱਕ ਕਮਰਸ਼ੀਅਲ ਪਲਾਟ ਮੋਹਾਲੀ ਦੇ ਮੁੱਲਾਂਪੁਰ ਦੇ ਈਕੋ ਸਿਟੀ 2 ਦੇ ਵਿੱਚ ਉਸ ਵੱਲੋਂ ਲਏ ਗਏ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਕਈ ਕਨਾਲ ਜ਼ਮੀਨ ਲਈ ਗਈ, ਮੋਹਾਲੀ ਦੇ ਵਿੱਚ ਕਈ ਕਨਾਲ, ਜਲੰਧਰ ਦੇ ਵਿੱਚ ਕਈ ਕਨਾਲ ਜਿਹੜੀਆਂ ਜ਼ਮੀਨਾਂ ਲਈਆਂ ਗਈਆਂ। ਤੇ ਉਸੇ ਸਮੇਂ 2013 ਤੋਂ 2014 ਦੇ ਵਿੱਚ ਦਾ ਜਿਹੜਾ 14-15 ਮਹੀਨਿਆਂ ਦਾ ਵਕਫਾ ਸੀ, ਉਸੇ ਦੌਰਾਨ ਇਹਨਾਂ ਦੀਆਂ ਜਿਹੜੀਆਂ ਸੰਪत्तियां ਦੇ ਵਿੱਚ ਵਾਧੇ ਵੀ ਹੋਏ ਤੇ ਇਹਨਾਂ ਦੀ ਸੰਪत्तियां ਜਿਹੜੀਆਂ ਹੈ ਉਹਨਾਂ ਨੂੰ ਡਿਸਪੋਜ਼ ਆਫ ਵੀ ਕੀਤਾ ਗਿਆ, ਵੇਚਿਆ ਵੀ ਗਿਆ। ਸੋ ਇੱਕ ਪਾਸੇ ਕਾਲਾ ਪੈਸਾ ਆ ਰਿਹਾ ਸੀ ਤੇ ਦੂਸਰੇ ਪਾਸੇ ਉਸ ਨੂੰ ਲਾਇਆ ਜਾ ਰਿਹਾ ਸੀਗਾ, ਇਨਵੈਸਟ ਕੀਤਾ ਜਾ ਰਿਹਾ ਸੀ ਤੇ ਫਿਰ ਉਹਨਾਂ ਇਨਵੈਸਟਮੈਂਟਾਂ ਦੇ ਵਿੱਚੋਂ ਵੀ ਮੁਨਾਫੇਖੋਰੀ ਕਰਕੇ ਜਦੋਂ ਕੀਮਤਾਂ ਪ੍ਰਾਪਰਟੀ ਦੀਆਂ ਵੱਧ ਰਹੀਆਂ ਸਨ, ਉਹਨਾਂ ਤੋਂ ਹੋਰ ਪ੍ਰੋਫਿਟ ਜਿਹੜਾ ਹੈ ਕੀਤਾ ਗਿਆ। ਸੋ ਰਾਜਜੀਤ ਸਿੰਘ ਨੇ ਲਗਾਤਾਰ ਇਸ ਚੀਜ਼ ਨੂੰ ਲੈ ਕੇ ਡਿਨਾਈ ਕੀਤਾ ਕਿ ਉਸਨੇ ਕਦੇ ਵੀ ਇੰਸਪੈਕਟਰ ਇੰਦਰਜੀਤ ਨੂੰ ਜਲੰਧਰ ਤੋਂ ਤਰਨਤਾਰਨ ਦੇ ਵਿੱਚ ਸ਼ਿਫਟ ਕਰਨ ਦੀ ਸਿਫਾਰਿਸ਼ ਕੀਤੀ, ਲੇਕਿਨ SIT ਨੇ ਇਸ ਚੀਜ਼ ਨੂੰ ਪੁਖਤਾ ਪਾਇਆ ਕਿ ਇਹ ਸਿਫਾਰਿਸ਼ ਉਹਨਾਂ ਵੱਲੋਂ ਹੀ ਕੀਤੀ ਗਈ ਸੀ। ਹੁਣ ਉਸ ਵਕਤ ਜਿਹੜੇ ਪੰਜਾਬ ਦੇ ਪੁਲਿਸ ਮੁਖੀ ਸਨ ਉਹ ਸਨ ਸੁਮੇਧ ਸਿੰਘ ਸੈਣੀ। 2012 ਤੋਂ ਲੈ ਕੇ 2015 ਬੇਅਦਬੀ ਦੇ ਉਸ ਘਟਨਾਕ੍ਰਮ ਤੱਕ ਸੁਮੇਧ ਸਿੰਘ ਸੈਣੀ ਪੰਜਾਬ ਦੇ ਤਕਰੀਬਨ 3 ਸਾਲ DGP ਰਹਿੰਦੇ ਨੇ ਤੇ ਉਹਨਾਂ ਦੇ ਵਕਤਾਂ ਦੇ ਵਿੱਚ ਹੀ ORP ਰੈਂਕ ਦੇ ਬਹੁਤ ਅਫਸਰਾਂ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ। ਹਾਲਾਂਕਿ ਇਹ ਤਰੱਕੀਆਂ SSP ਲੈਵਲ ਦੇ ਅਧਿਕਾਰੀਆਂ ਵੱਲੋਂ ਜਦੋਂ ਸਿਫਾਰਿਸ਼ਾਂ ਦੇ ਨੇ ਉਸੇ ਬੇਸ ਉੱਤੇ ਦਿੱਤੀਆਂ ਜਾਂਦੀਆਂ ਨੇ। ਇਹ ਇੱਕ ਮਾੜੀ ਪ੍ਰੈਕਟਿਸ ਸੀ ਜੋ ਕਿ ਉਸ ਦੌਰ ਦੇ ਵਿੱਚ ਸ਼ੁਰੂ ਹੋਈ, ਅੱਜ ਤੱਕ ਕੰਟੀਨਿਊ ਰਹੀ ਹੈ ਤੇ ਸ਼ਾਇਦ ਅੱਜ ਵੀ ਚੱਲਦੀ ਪਈ ਹੈ। ਇਸ ਹੇਠਲੇ ਪੱਧਰ ਦੇ ਅਫਸਰਾਂ ਨੂੰ ORP ਰੈਂਕ ਦੇ ਕੇ ਆਊਟ ਆਫ ਵੇ ਪ੍ਰਮੋਸ਼ਨ ਦੇਣਾ ਜਾਂ ਕਹਿ ਲਈ ਕਿ ਰੈਂਕਸ ਦੇਣਾ, ਇਸ ਦੇ ਵਿੱਚ ਤਨਖਾਹ ਨਹੀਂ ਵੱਧਦੀ ਲੇਕਿਨ ਰੈਂਕ ਜ਼ਰੂਰ ਵੱਧ ਜਾਂਦਾ ਤੇ ਬਥੇਰੇ ਨਾਕਾਬਲ ਜਾਂ ਅਨਕੁਆਲੀਫਾਈਡ ਅਫਸਰ ਇਸ ਲਾਇਕ ਵੀ ਹੋ ਜਾਂਦੇ ਨੇ। ਲਾਇਕ ਤਾਂ ਨਹੀਂ ਹੁੰਦੇ ਲੇਕਿਨ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ CI ਦਾ ਇੰਚਾਰਜ ਜਾਂ ਫਿਰ ਕਿਸੇ ਥਾਣੇ ਦਾ SHO ਲਾਤਾ ਜਾਂਦਾ, ਜੋ ਕਿ ਉਹਨਾਂ ਨੂੰ ਅਦਰਵਾਈਜ਼ ਪੰਜਾਬ ਪੁਲਿਸ ਰੂਲ ਦੇ ਮੁਤਾਬਕ ਹੀ ਲਾਇਆ ਨਹੀਂ ਜਾ ਸਕਦਾ। ਇਸ ਗੱਲ ਨੂੰ ਲੈ ਕੇ ਇੱਕ ਲੰਬੀ ਚੌੜੀ ਲਿਟੀਗੇਸ਼ਨ ਵੀ ਚੱਲੀ। ਮੈਂ ਆਪਣੀ ਉਸ ਰਿਪੋਰਟ ਦਾ ਮੈਂ ਲਿੰਕ ਭੇਜਾਂਗਾ, ਇਸ ਰਿਪੋਰਟ ਦੇ ਨਾਲ ਟੈਗ ਕਰਾਂਗਾ, ਜਿਸ ਵਿੱਚ ਮੈਂ ਬਾਕਾਇਦਾ ਜ਼ਿਕਰ ਕੀਤਾ ਸੀ ਕਿ ਲਿਟੀਗੇਸ਼ਨ ਚੱਲੀ ਸੀ ORP ਰੈਂਕਸ ਨੂੰ ਲੈ ਕੇ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਦਿਸ਼ਾ ਨਿਰਦੇਸ਼ ਵੀ ਦਿੱਤੇ ਲੇਕਿਨ ਪੰਜਾਬ ਪੁਲਿਸ ਨੇ ਉਸ ਦੀ ਪਾਲਣਾ ਨਹੀਂ ਕੀਤੀ। ਸੋ ਇਹ ਪੂਰਾ ਦਾ ਪੂਰਾ ਪ੍ਰੋਸੈਸ ਜਿਹੜਾ ਇੰਸਪੈਕਟਰ ਇੰਦਰਜੀਤ ਤੇ ਰਾਜਜੀਤ ਸਿੰਘ SSP ਦਾ ਜਿਹੜਾ ਇੱਕ ਜੋੜੀ ਸੀ ਜਾਂ ਜੁਗਲਬੰਦੀ ਕਹਿ ਲਓ, ਇਸ ਨੇ ਅੰਨ੍ਹੇਵਾਹ ਪੈਸਾ ਕਮਾਇਆ ਹੋਣਾ ਤੇ ਇਸ ਚੀਜ਼ ਦੀ ਸੰਭਾਵਨਾ ਵੀ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਕਿ ਇਹਨਾਂ ਨੇ ਆਪਣੇ ਉਤਲੇ ਅਫਸਰਾਂ ਨੂੰ ਓਬਲਾਈਜ਼ ਨਾ ਕੀਤਾ ਹੋਵੇ। ਇੱਥੇ ਇਹ ਗੱਲ ਵੀ ਬਹੁਤ ਹੀ ਮਹੱਤਵਪੂਰਨ ਹੈ ਕਿ ਇਹਨਾਂ ਲੋਕਾਂ ਦੇ ਕੰਮ ਕਰਨ ਦਾ ਜਿਹੜਾ ਮੋਡਸ ਆਪਰੈਂਡਾਈ ਸੀ ਉਸ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਚੀਜ਼ ਸੀ, ਜਿਸ ਵਿੱਚ ਕਿ ਇਹ ਲੋਕ ਫੜੀ ਗਈ ਡਰੱਗਸ ਦੇ ਜਿਹੜੇ ਸੈਂਪਲ ਸੀ ਉਹਨਾਂ ਨੂੰ ਹੀ ਫੇਲ ਕਰਵਾ ਦਿੰਦੇ ਸੀ। ਖਰੜ ਦੀ ਇੱਕ ਅਜਿਹੀ ਲੈਬੋਰੇਟਰੀ ਹੈ ਜਿਸ ਵਿੱਚ ਕੁਝ ਜਿਹੜੇ ਹੋਰ ਉੱਥੋਂ ਦੇ ਜਿਹੜੇ ਲੈਬ ਟੈਕਨੀਸ਼ੀਅਨਸ ਵਗੈਰਾ ਉਹਨਾਂ ਦੀ ਇਨਵੋਲਵਮੈਂਟ ਵੀ ਬਾਅਦ ਦੇ ਵਿੱਚ ਅਲੱਗ-ਅਲੱਗ ਤਫਤੀਸ਼ਾਂ ਦੌਰਾਨ 2018 ਦੇ ਵਿੱਚ ਸਾਹਮਣੇ ਆ ਗਈ, ਕਿਉਂਕਿ ਸਾਰੀ ਦੀ ਸਾਰੀ ਇਨਵੈਸਟੀਗੇਸ਼ਨਾਂ 2017-18 ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਹੋ ਜਾਂਦੀਆਂ ਨੇ। ਉਸੇ ਵਕਤ ਖਰੜ ਦੀ ਇਸ ਲੈਬ ਉਸ ਵਿੱਚ ਫੇਲ ਹੋ ਰਹੇ ਸੈਂਪਲ, ਕਿਉਂਕਿ ਉਸ ਵਕਤ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹ ਚੀਜ਼ਾਂ ਦੇ ਉੱਤੇ ਹੈਰਾਨੀ ਦਰਜ ਕੀਤੀ ਸੀ ਕਿ ਕੀ ਕਾਰਨ ਹੈ ਕਿ ਇੱਕ ਲੈਬ ਦੇ ਵਿੱਚੋਂ ਉਹਨਾਂ तमाम ਕੇਸਿਸ ਜੋ ਕਿ ਇੰਦਰਜੀਤ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਸੈਂਪਲ ਫੇਲ ਹੋ ਰਹੇ ਨੇ, ਕਿਉਂਕਿ ਜਦੋਂ ਸੈਂਪਲ ਫੇਲ ਹੋ ਗਏ ਤਾਂ ਅਦਾਲਤ ਦੇ ਵਿੱਚ ਉਹ ਜਿਹੜਾ ਕ੍ਰਿਟੀਕਲ ਐਵੀਡੈਂਸ ਹੈ, ਸਬੂਤ ਹੈ, ਉਹੀ ਖਤਮ ਹੋ ਜਾਂਦਾ ਤੇ ਜਿਹੜਾ ਵੀ ਮੁਲਜ਼ਮ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਚ ਨਿਕਲਦਾ ਹੈ। ਸੋ ਪਹਿਲਾਂ ਤੁਸੀਂ ਧਰ ਪਕੜ ਕਰਦੇ ਹੋ, ਰਿਕਾਰਡਾਂ ਦੇ ਵਿੱਚ ਆਪਣਾ ਨਾਂ ਦਰਜ ਕਰਾਉਂਦੇ ਹੋ ਕਿ ਮੈਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਡਰੱਗ ਦੀ ਰਿਕਵਰੀ ਕੀਤੀ ਹੈ, ਆਪਣੇ ਅਫਸਰਾਂ ਜਾਂ ਆਪਣੇ ਮੋਢਿਆਂ ਦੇ ਉੱਤੇ ਐਡੀਸ਼ਨਲ ਫੀਤੇ ਲਵਾਉਂਦੇ ਹੋ, ਸਿਤਾਰੇ ਲਗਵਾਉਂਦੇ ਹੋ। ਉਸ ਤੋਂ ਬਾਅਦ ਤੁਸੀਂ ਇਹਨਾਂ ਮੁਲਜ਼ਮਾਂ ਦੀ ਮਦਦ ਕਰਦੇ ਹੋ, ਜਿਹੜਾ ਕਾਲਾ ਪੈਸਾ ਤੁਸੀਂ ਕਮਾ ਰਹੇ ਹੋ ਉਹ ਤੁਸੀਂ ਉੱਤੇ ਅਫਸਰਾਂ ਨੂੰ ਚੜਾਉਂਦੇ ਹੋ। ਇਸ ਚੀਜ਼ ਤੋਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਅਫਸਰਾਂ ਨੇ ਆਪਣੇ ਸੀਨੀਅਰ ਅਪਸ ਨੂੰ ਓਬਲਾਈਜ਼ ਨਾ ਕੀਤਾ ਹੋਵੇ। ਇਹੀ ਉਹ ਵਿਵਾਦ ਦਾ ਵਿਸ਼ਾ ਸੀ ਜਿਸ ਨੂੰ ਲੈ ਕੇ ਸਿਧਾਰਥ ਚਟੋਪਾਧਿਆਏ ਦਾ ਇੱਕ ਡਿਫਰੈਂਸ ਆਫ ਓਪੀਨੀਅਨ ਸੀ ਆਪਣੀ ਹੀ ਇਸ ਸਿੱਟ, ਜਿਸ ਦੇ ਵਿੱਚ ਪ੍ਰਬੋਧ ਕੁਮਾਰ ਅਤੇ ਕੁੰਵਰ ਵਿਜੇ ਪ੍ਰਤਾਪ ਸੀ, 2 ਹੋਰ ਮੈਂਬਰ ਸੀ ਉਹਨਾਂ ਦੇ ਨਾਲ। ਕਿਉਂਕਿ ਸਿਧਾਰਥ ਚਟੋਪਾਧਿਆਏ ਨੇ ਜਿਹੜੀ ਆਪਣੀ ਚੌਥੀ, ਉਹਨੂੰ ਰਿਪੋਰਟ ਨਹੀਂ ਕਿਹਾ ਜਾ ਸਕਦਾ ਬਲਕਿ ਉਹਨਾਂ ਦਾ ਆਪਣਾ ਇੱਕ ਸਬਮਿਸ਼ਨ ਸੀ ਜਿਸ ਨੂੰ ਕਿ ਅਦਾਲਤ ਨੇ ਅਜੇ ਤੱਕ ਖੋਲ੍ਹਿਆ ਨਹੀਂ ਹੈ। ਉਹ ਲਿਫਾਫੇਬੰਦ ਰਿਪੋਰਟ ਜਾਂ ਸਬਮਿਸ਼ਨ ਪਈ ਹੈ। ਉਸ ਦੇ ਵਿੱਚ ਉਹਨਾਂ ਨੇ ਕੁਝ ਸੀਨੀਅਰ ਲੈਵਲ ਦੇ ਟੌਪ ਰੈਂਕ ਅਧਿਕਾਰੀਆਂ ਦੇ ਨਾਲ ਵੀ ਰਾਜਜੀਤ ਸਿੰਘ ਦੀ ਜਿਹੜੀ ਅੰਡਰਸਟੈਂਡਿੰਗ ਸੀ ਉਸ ਦਾ ਸ਼ਾਇਦ ਜ਼ਿਕਰ ਕੀਤਾ ਹੈ, ਲੇਕਿਨ ਉਹ ਜਿਹੜੀ ਰਿਪੋਰਟ ਹੈ ਉਸ ਨੂੰ ਹੋਰ ਉਹਨਾਂ ਦੇ ਨਾਲ ਦੇ ਸਿੱਟ ਦੇ ਸਹਿਯੋਗੀ ਕੋਲੀਗਸ ਨੇ ਹੀ ਪ੍ਰਵਾਨ ਨਹੀਂ ਕੀਤਾ। ਸੋ ਅਦਾਲਤ ਨੇ ਸ਼ਾਇਦ ਉਸ ਨੂੰ ਉਨਾ ਮਹੱਤਵ ਨਹੀਂ ਦਿੱਤਾ। ਲੇਕਿਨ ਵੱਡਾ ਵਿਸ਼ਾ ਕੀ ਹੈ ਅੱਜ ਇਹ ਪੂਰੀ ਗੱਲਬਾਤ ਦਾ ਬੈਕਗਰਾਉਂਡ ਮੈਨੂੰ ਤੁਹਾਨੂੰ ਇਸ ਵਾਸਤੇ ਦੱਸਣਾ ਪੈ ਰਿਹਾ, ਚਾਹੇ ਇੰਸਪੈਕਟਰ ਇੰਦਰਜੀਤ ਤੇ ਰਾਜਜੀਤ ਦੇ ਕੰਮ ਕਰਨ ਦਾ ਤਰੀਕਾ, ਕਿਹੜੇ DGPs ਦੇ ਦੌਰਾਨ ਉਹਨਾਂ ਦੀਆਂ ਡਬਲ ਪ੍ਰਮੋਸ਼ਨਸ ਹੋਈਆਂ,
ਉਸ ਤੋਂ ਬਾਅਦ ਵੀ ਦੱਸਿਆ ਜਾਂਦਾ ਕਿ ਰਾਜਜੀਤ ਜਦੋਂ ਸ਼ਿਫਟ ਆਊਟ ਹੋ ਜਾਂਦੇ ਨੇ ਤਰਨਤਾਰਨ ਤੋਂ ਬਾਅਦ ਉਹ ਹੁਸ਼ਿਆਰਪੁਰ ਚਲੇ ਗਏ ਤਾਂ ਇੰਸਪੈਕਟਰ ਇੰਦਰਜੀਤ ਨੂੰ ਉੱਥੇ ਵੀ ਆਪਣੇ ਨਾਲ ਲਗਿਆ ਤੇ ਟ੍ਰਾਂਸਫਰ ਉਸਦੀ ਹੁਸ਼ਿਆਰਪੁਰ ਕਰਤੀ ਗਈ। ਉਸ ਵਕਤ ਵੀ ਡੀਜੀਪੀ ਜਿਹੜੇ ਸੀ ਸੁਮੇਧ ਸਿੰਘ ਸੈਣੀ ਹੀ ਸੀ। ਲੇਕਿਨ ਹੁਣ ਸਵਾਲ, ਅੱਜ ਦਾ ਸਵਾਲ ਇਹ ਹੈ ਕਿ ਜਿਹੜੇ ਮੌਜੂਦਾ ਆਫੀਸ਼ੀਏਟਿੰਗ ਡੀਜੀਪੀ ਹੈ, ਤੇ ਸਪੈਸੀਫਿਕਲੀ ਮੈਂ ਸ਼ਬਦ ਵਰਤਿਆ ਕਾਰਜਕਾਰੀ, ਯਾਨੀ ਕਿ ਆਫੀਸ਼ੀਏਟਿੰਗ ਡੀਜੀਪੀ 6 ਮਹੀਨੇ ਤੱਕ ਗੌਰਵ ਯਾਦਵ ਨੂੰ ਪੰਜਾਬ ਦਾ ਡੀਜੀਪੀ ਰਹਿਣਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾਂ ਤਾਂ ਰੈਗੂਲਰਾਈਜ਼ ਕੀਤਾ ਜਾਣਾ ਸੀ ਜਾਂ ਫਿਰ ਇੱਕ ਪੈਨਲ ਦਾ ਨਾਂ, 3 ਅਫਸਰਾਂ ਦਾ ਨਾਂ ਇੱਕ ਪੈਨਲ ਵਜੋਂ ਭੇਜ ਕੇ UPSC ਤੋਂ ਪੰਜਾਬ ਦਾ ਇੱਕ ਰੈਗੂਲਰ ਡੀਜੀਪੀ ਲੱਗਣਾ ਸੀ। 8 ਮਹੀਨੇ ਬੀਤਣ ਤੋਂ ਬਾਅਦ VK ਪਾਵਰਾ ਨੂੰ ਜੂਨ ਜਾਂ ਜੁਲਾਈ ਦੇ ਮਹੀਨੇ ਵਿੱਚ 2022 ਦੇ ਵਿੱਚ ਹਟਾਇਆ ਜਾਂਦਾ ਹੈ। 8 ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਪ੍ਰੋਪਰ ਡੀਜੀਪੀ ਐਜ਼ ਪਰ ਦ ਰੂਲਸ, ਐਜ਼ ਪਰ ਦ ਸੁਪਰੀਮ ਕੋਰਟ, ਜਿਹੜਾ ਪ੍ਰਕਾਸ਼ ਸਿੰਘ ਦਾ ਕੇਸ ਸੀਗਾ ਜਿਸ ਵਿੱਚ ਕਿ ਬਾਕਾਇਦਾ ਇੱਕ ਢੰਗ ਤਰੀਕਾ ਦੱਸਿਆ ਗਿਆ ਸੀਗਾ, ਇੱਕ ਸਪੈਸੀਫਾਈਡ ਪ੍ਰੋਸੀਜਰ ਲੇ ਡਾਊਨ ਕੀਤਾ ਸੀ ਸੁਪਰੀਮ ਕੋਰਟ ਨੇ, ਉਹਨਾਂ ਰੂਲਸ ਨੂੰ ਨਾ ਮੰਨਦਿਆਂ ਹੋਇਆਂ ਪੰਜਾਬ ਦੇ ਵਿੱਚ 2 ਮਹੀਨੇ ਗੌਰਵ ਯਾਦਵ ਐਜ਼ ਐਨ ਅਫੀਸ਼ੀਏਟਿੰਗ ਡੀਜੀਪੀ ਹੋਰ ਕੰਮ ਕਰ ਚੁੱਕੇ ਨੇ ਤੇ ਹਜੇ ਕਿੰਨੇ ਹੋਰ ਮਹੀਨੇ ਕੰਮ ਕਰਨਾ ਇਸ ਚੀਜ਼ ਦਾ ਕੋਈ ਪਤਾ ਨਹੀਂ। ਸੋ ਇਹ ਆਫੀਸ਼ੀਏਟਿੰਗ ਡੀਜੀਪੀ ਜਿਹੜੇ ਹੈਗੇ ਨੇ, ਇਹਨਾਂ ਵੱਲੋਂ ਇੱਕ ਨਿਲ ਰਿਪੋਰਟ ਭੇਜੀ ਗਈ ਹੈ ਕਿ ਇੰਸਪੈਕਟਰ ਇੰਦਰਜੀਤ ਬਾਰੇ ਹੋਰ ਕਿਸੇ ਵੀ ਸੀਨੀਅਰ ਪੁਲਿਸ ਅਫਸਰ ਨੇ, ਉਸ ਵਕਤ ਜਿਹੜਾ ਕਪਤਾਨ ਰਿਹਾ ਹੋਏਗਾ, SSP ਰਿਹਾ ਹੋਏਗਾ, ਉਸਨੇ ਸਿਫਾਰਿਸ਼ ਨਹੀਂ ਕੀਤੀ ਹੋਏਗੀ। ਮੇਰਾ ਵੱਡਾ ਪੁਆਇੰਟ ਤੇ ਵਿਸ਼ਾ ਇਹ ਹੈ ਕਿ ਕੀ ਸਿਰਫ ਇੰਸਪੈਕਟਰ ਇੰਦਰਜੀਤ ਤੇ ਰਾਜਜੀਤ ਸਿੰਘ ਉੱਤੇ ਠੀਕਰਾ ਭੰਨਣ ਮਾਤਰ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ 6ਵਾਂ ਦਰਿਆ ਵਗਦਾ ਹੈ, ਜਿਸ ਵਿੱਚ ਕਿ ਪੁਲਿਸ ਅਫਸਰਾਂ ਦੀ ਮਿਲੀ ਭਗਤ ਤੋਂ ਬਗੈਰ ਇਹ ਨਸ਼ੇ ਦਾ ਤਸਕਰੀ ਤੇ ਨਸ਼ੇ ਦਾ ਵਪਾਰ ਹੋ ਹੀ ਨਹੀਂ ਸਕਦਾ, ਕਿ ਸਿਰਫ ਇਹਨਾਂ 2 ਅਫਸਰਾਂ, ਜਿਨ੍ਹਾਂ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਬੈਠਾ ਤੇ ਦੂਸਰਾ ਭਗੌੜਾ ਹੈ, ਕਿ ਇਹਨਾਂ ਖਿਲਾਫ ਕਾਰਵਾਈ ਕਰਕੇ ਪੰਜਾਬ ਦੀ ਪੁਲਿਸ ਦੇ ਮੁਖੀ ਦਾ ਜਾਂ ਪੰਜਾਬ ਦੀ ਸਰਕਾਰ ਦੇ ਮੁਖੀ ਦਾ ਜ਼ਿੰਮਾ ਜਾਂ ਉਹਨਾਂ ਦੀ ਜ਼ਿੰਮੇਵਾਰੀ ਪੂਰੀ ਹੋ ਜਾਂਦੀ ਹੈ। ਇੱਕ ਬੜਾ ਸਵਾਲ ਵੱਡਾ ਇਸ ਵਾਸਤੇ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਜਿੰਨੀ ਵੀ ਕਾਰਵਾਈ ਇੰਦਰਜੀਤ ਸਿੰਘ ਦੇ ਖਿਲਾਫ ਜਾਂ ਰਾਜਜੀਤ ਸਿੰਘ ਦੇ ਖਿਲਾਫ ਕੀਤੀ ਗਈ ਜਾਂ ਸ਼ੁਰੂ ਹੋਈ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵਕਤ ਸ਼ੁਰੂ ਹੋਈ ਸੀ। 2017-18 ਦੇ ਵਿੱਚ STF ਨੇ ਇੰਸਪੈਕਟਰ ਇੰਦਰਜੀਤ ਨੂੰ ਫੜਿਆ। ਉਸ ਵਕਤ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਸਨ। ਸੋ ਕੈਪਟਨ ਅਮਰਿੰਦਰ ਸਿੰਘ ਦੇ ਸਮਿਆਂ ਦੇ ਵਿੱਚ ਹੀ ਇਹ ਪੜਤਾਲਾਂ ਹੋਈਆਂ, ਇਹ ਤਫਤੀਸ਼ਾਂ ਹੋਈਆਂ। ਈਵਨ ਸਿੱਟ ਦੀਆਂ ਜਿਹੜੀਆਂ ਰਿਪੋਰਟਾਂ ਸਨ, ਜਿਹੜੀਆਂ ਸਬਮਿਟ ਹੋਈਆਂ ਨੇ 1 ਜਨਵਰੀ 1 ਫਰਵਰੀ 2018 ਤੋਂ ਹੁੰਦਿਆਂ ਹੋਇਆਂ ਉਹਨਾਂ ਨੇ ਮਈ ਦੇ ਵਿੱਚ, ਯਾਨੀ ਕਿ ਅੱਜ ਤੋਂ 5 ਸਾਲ ਪਹਿਲਾਂ ਇਸੇ ਮਹੀਨੇ, ਜਦੋਂ ਕਿ ਆਪਾਂ ਰਿਪੋਰਟ 5 ਸਾਲ ਬਾਅਦ ਬਣਾ ਰਹੇ ਹਾਂ, ਇਸੇ ਮਹੀਨੇ ਦੇ ਵਿੱਚ ਫਾਈਨਲ ਜਿਹੜੀ ਰਿਪੋਰਟ ਸੀ ਉਹ ਆਪਣੀ ਸਬਮਿਟ ਕਰਤੀ ਗਈ ਸੀ। ਇੱਕ ਵੱਖਰੀ ਗੱਲ ਹੈ ਕਿ ਹਾਈ ਕੋਰਟ ਦੇ ਵਿੱਚ ਇਹ ਲਿਫਾਫਾਬੰਦ ਰਿਪੋਰਟਾਂ ਪਈਆਂ। ਸੋ ਹਾਈ ਕੋਰਟ ਨੇ ਆਪਣੇ ਵਿਜ਼ਡਮ ਦੇ ਵਿੱਚ ਜਿੰਨੇ ਵੀ ਸਮੇਂ ਤੋਂ ਬਾਅਦ ਇਹ ਰਿਪੋਰਟਾਂ ਖੋਲੀਆਂ ਸੋ ਖੋਲੀਆਂ। ਸਵਾਲ ਇਹ ਖੜਾ ਹੁੰਦਾ ਕਿ ਅੱਜ ਦੀ ਸਰਕਾਰ ਕੀ ਕਰ ਰਹੀ ਹੈ ਤੇ ਕੀ ਸਿਰਫ ਇੰਦਰਜੀਤ ਤੇ ਰਾਜਜੀਤ ਸਿੰਘ ਉੱਤੇ ਹੀ ਤਫਤੀਸ਼ ਦੀ ਜਿਹੜੀ ਅਟਕੀ ਹੋਈ ਸੂਈ ਹੈ ਉਸ ਨੂੰ ਰੱਖਣਾ ਮੁਨਾਸਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ DGP ਨੂੰ ਇਸ ਜਾਂਚ ਦੇ, ਇਸ ਪੜਤਾਲ ਦੇ ਦਾਇਰੇ ਨੂੰ ਵਧਾਉਣਾ ਨਹੀਂ ਚਾਹੀਦਾ। ਪਿਛਲੇ 10 ਸਾਲਾਂ ਦੇ ਵਿੱਚ, ਪਿਛਲੇ 15 ਸਾਲਾਂ ਦੇ ਵਿੱਚ ਕਿਹੜੇ-ਕਿਹੜੇ ORP ਜਿਹੜੇ ਰੈਂਕਸ ਦਿੱਤੇ ਗਏ ਨੇ ਪੁਲਿਸ ਅਫਸਰਾਂ ਨੂੰ, ਛੋਟੇ ਲੈਵਲ ਦੇ ਹੇਠਲੇ ਰੈਂਕ ਦੇ ਅਫਸਰਾਂ ਨੂੰ, ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਪੁਲਿਸ ਦੇ ਥਾਣਿਆਂ ਦੇ ਮੁਖੀ ਵਜੋਂ ਲਾਇਆ ਗਿਆ ਹੈ, ਕਿੰਨਿਆਂ ਨੂੰ CIA ਇੰਚਾਰਜ ਬਣਾਇਆ ਗਿਆ ਹੈ, ਕਿਹੜੇ-ਕਿਹੜੇ ਅਫਸਰਾਂ ਦੀ ਸਿਫਾਰਿਸ਼ਾਂ ਦੇ ਉੱਤੇ ਹੋਇਆ ਹੈ। ਕਿ ਇਹ ਪੜਤਾਲ ਇੱਕ ਵਿਆਪਕ ਪੜਤਾਲ ਨਹੀਂ ਹੋਣੀ ਚਾਹੀਦੀ? ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਉੱਤੇ ਇੱਕ ਜੇ ਜੁਡੀਸ਼ੀਅਲ ਕਮਿਸ਼ਨ, ਇੱਕ ਇੰਡੀਪੈਂਡੈਂਟ ਜੁਡੀਸ਼ੀਅਲ ਕਮਿਸ਼ਨ ਆਫ ਇਨਕੁਆਇਰੀ ਵੀ ਬਿਠਾਉਣਾ ਪੈ ਜਾਏ ਤਾਂ ਮੈਨੂੰ ਲੱਗਦਾ ਭਗਵੰਤ ਮਾਨ ਸਰਕਾਰ ਨੂੰ ਇਨ ਦ ਲਾਰਜਰ ਇੰਟਰਸਟ ਆਫ ਪੰਜਾਬ ਉਹ ਕਰ ਦੇਣਾ ਚਾਹੀਦਾ ਹੈ। ਇਹ ਗੱਲ ਮੈਂ ਇਸ ਵਾਸਤੇ ਵੀ ਕਹਿੰਦਾ ਪਿਆ ਹਾਂ ਕਿਉਂਕਿ ਇਹਨਾਂ ਅਫਸਰਾਂ ਦੇ ਫੜੇ ਜਾਣ ਤੋਂ ਬਾਅਦ, ਡਿਸਮਿਸ ਹੋਣ ਤੋਂ ਬਾਅਦ 2018 ਤੋਂ ਲੈ ਕੇ ਅੱਜ 2023 ਤੱਕ 5 ਸਾਲ, 6 ਸਾਲਾਂ ਦੇ ਵਕਫੇ ਦੌਰਾਨ ਨਾ ਤਾਂ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਹੋਇਆ ਹੈ, ਪੁਲਿਸ ਦੇ ਅਫਸਰਾਂ ਦੀ ਜਿਹੜੀ ਇਨਵੋਲਵਮੈਂਟ ਰਹੀ ਹੈ, ਮੈਂ ਕਹਿੰਦਾ ਕਿ ਸਾਰੇ ਪੁਲਿਸ ਅਫਸਰਾਂ ਨੂੰ ਆਪਾਂ ਤਾਂ ਅੱਗੇ ਨਹੀਂ ਮੰਨ ਸਕਦੇ ਤੇ ਇੱਕ ਬਹੁਤ ਵੱਡਾ ਪੰਜਾਬ ਪੁਲਿਸ ਅਫਸਰਾਂ ਦਾ, ਇਮਾਨਦਾਰ ਅਫਸਰਾਂ ਦਾ ਇੱਕ ਅਜਿਹਾ ਹਿੱਸਾ ਹੈ ਜੋ ਕਿ ਇਸੇ ਸੜੇ ਗਲੇ ਸਿਸਟਮ ਦੀ ਭੇਂਟ ਵੀ ਚੜ੍ਹਦਾ ਰਿਹਾ ਹੈ। ORP ਰੈਂਕਸ ਨੂੰ ਜਿਸ ਤਰੀਕੇ ਦੇ ਨਾਲ ਵਧਾਵਾ ਪੰਜਾਬ ਦੇ ਇਹਨਾਂ ਅਫਸਰਾਂ ਨੇ ਦਿੱਤਾ ਹੈ, ਅੱਜ ਤੱਕ ਦਾ ਜਿਹੜਾ ਵੀ DGP ਰਿਹਾ, ਕਿਸੇ ਨੇ ਵੀ ਇਸ ਮਾੜੀ ਜਿਹੜੀ ਰਿਵਾਇਤ ਹੈ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਇੱਕ ਤਰੀਕਾ ਬਣ ਗਿਆ ਆਪਣੇ ਜਿਹੜੇ ਬਲੂ ਆਈਡ ਹੇਠਲੇ ਲੈਵਲ ਦੇ ਜਿਹੜੇ ਹੁੰਦੇ ਨੇ ਛੋਟੇ-ਮੋਟੇ ਅਫਸਰ, ਜਿਨ੍ਹਾਂ ਨੂੰ ਤੁਸੀਂ ਓਬਲਾਈਜ਼ ਕਰਨਾ ਹੈ, ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੇ ਕਹੇ ਮੁਤਾਬਕ ਸਿਰ ਹਿਲਾਉਂਦੇ ਨੇ, ਸੋ ਉਹਨਾਂ ਨੂੰ ਨਾਕਾਬਲ ਹੁੰਦਿਆਂ ਹੋਇਆਂ ਵੀ ਇਸ ਤਰੀਕੇ ਦੇ ਸਬਸਟੈਂਸ਼ੀਅਲ ਰੈਂਕ ਦਿੱਤੇ ਜਾਂਦੇ ਨੇ। ਆਪਾਂ ਇੱਕ ਕੇਸ ਦਾ ਜ਼ਿਕਰ ਕੀਤਾ ਸੀ ਜਿਸ ਵਿੱਚ ਕਿ ਤਤਕਾਲੀ ਜਿਹੜੇ ਡਿਪਟੀ ਚੀਫ ਮਿਨਿਸਟਰ ਪੰਜਾਬ ਦੇ ਰਹੇ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਇੱਕ ਨਾਲ ਗਨਮੈਨ ਦੇ ਤੌਰ ਤੇ ਕੰਮ ਕਰਦੇ ਰਹੇ 2 ਅਫਸਰ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਬਣਾਤਾ ਗਿਆ। ਘਰਿੰਡੇ ਥਾਣੇ ਦੇ ਵਿੱਚ SHO ਵੀ ਉਸ ਨੂੰ ਲਾਇਆ ਗਿਆ। ਸੋ ਸਾਰੇ ਦੇ ਸਾਰੇ ORP ਰੈਂਕ ਜਿਹੜੇ ਅਧਿਕਾਰੀ ਹੀ ਸਨ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਆਊਟ ਆਫ ਵੇ ਜਾ ਕੇ ਇਹ ਰੈਂਕ ਬਖਸ਼ੇ ਗਏ। ਤਨਖਾਹਾਂ ਠੀਕ ਹੈ, ਉਹਨਾਂ ਦੀ ਵਿੱਚ ਵਾਧਾ ਨਹੀਂ ਹੋਇਆ, ਲੇਕਿਨ ਸਾਡਾ ਪੁਲਿਸ ਸਿਸਟਮ ਉਸ ਨੂੰ ਕਿੱਡੀ ਢਾਹ ਵੱਜ ਚੁੱਕੀ ਹੈ ਨਾ ਪਿਛਲੇ 10-12 ਸਾਲਾਂ ਦੇ ਵਕਫੇ ਦੌਰਾਨ। ਤੇ ਇਹੀ ਕਾਰਨ ਹੈ ਅੱਜ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ, ਨਸ਼ੇ ਦਾ ਜਿਹੜਾ 6ਵਾਂ ਦਰਿਆ ਹੈ, ਪੰਜਾਬ ਦੇ ਸੀਨੀਅਰ ਮੋਸਟ ਲੈਵਲ ਜਾਂ ਪੱਧਰ ਉੱਤੇ ਬੈਠੇ ਅਫਸਰਾਂ ਨੇ, ਸਮੇਂ-ਸਮੇਂ ਦੇ DGPs ਨੇ ਜਾਂ ਈਵਨ ਮੁੱਖ ਮੰਤਰੀਆਂ ਨੇ, ਜਾਂ ਜਿਹੜੇ ਲੋਕ ਜਿਨ੍ਹਾਂ ਦਾ ਇਹ ਕੰਮ ਸੀ, ਜਿਨ੍ਹਾਂ ਕੋਲ ਗ੍ਰਹਿ ਮਹਿਕਮਾ ਸੀ, ਉਹਨਾਂ ਨੇ ਇਸ ਬਿਮਾਰੀ ਦਾ ਹੱਲ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਕੀਤੀ, ਉਲਟਾ ORP ਨਾਂ ਦੀ ਇਸ ਬਿਮਾਰੀ ਨੂੰ ਹੋਰ ਵਧਾਇਆ ਹੀ ਹੈ। ਸੋ ਅੱਜ ਵੀ ਉਹ ਪ੍ਰੋਸੈਸ ਉਵੇਂ ਦਾ ਉਵੇਂ ਜਾਰੀ ਹੈ। ਸਾਡੇ ਸਿਸਟਮ ਦੇ ਵਿੱਚ, ਪੁਲਿਸਿੰਗ ਸਿਸਟਮ ਦੇ ਵਿੱਚ ਇੱਕ ਜਿਹੜਾ ਮੈਂ ਖਲਾ ਨਹੀਂ ਕਹਾਂਗਾ, ਮੈਂ ਤਾਂ ਇਸ ਨੂੰ ਇੱਕ ਨਿਗਾਰ ਕਹਾਂਗਾ, ਜਿਹੜਾ ਆਇਆ ਹੋਇਆ ਹੈ। ਇਹ ਜਿਹੜੀ ਗਿਰਾਵਟ ਦੇਖੀ ਗਈ ਹੈ, ਜਿਸ ਵਿੱਚ ਕਈ ਵਾਰ ਤੁਹਾਨੂੰ ਖੁਦ ਹੀ ਪੁਲਿਸ ਅਫਸਰ ਨਸ਼ੇ ਦਾ ਸੇਵਨ ਕਰਦੇ ਹੋਏ, ਸਮੈਕ ਹੈਰੋਇਨ ਵਗੈਰਾ ਦਾ ਸੇਵਨ ਕਰਦੇ ਹੋਏ ਨਸ਼ੇ ਵਿੱਚ ਟੁੱਲ ਹੋ ਕੇ ਇੱਧਰ ਉੱਧਰ ਵੱਜਦੇ ਨਜ਼ਰ ਆਉਂਦੇ ਨੇ। ਇਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਤਸਵੀਰਾਂ, ਵੀਡੀਓਜ਼ ਐਵੇਂ ਨਹੀਂ ਬਣ ਗਏ। ਇੱਕ ਸਿਸਟਮਿਕ ਜਿਹੜਾ ਫੇਲੀਅਰ ਹੈ ਸਾਡੇ ਸਿਸਟਮ ਦਾ, ਇੱਕ ਨਿਗਾਰ ਹੈ ਜੋ ਕਿ ਓਵਰ ਪੀਰੀਅਡ ਆਫ ਟਾਈਮ ਹੋਇਆ ਹੈ। ਆਫ ਕੁਛ ਮਹੀਨਿਆਂ, ਹਫ਼ਤਿਆਂ ਦੇ ਵਿੱਚ ਇਹ ਹੋਣ ਵਾਲੀ ਗੱਲਬਾਤ ਨਹੀਂ, ਬਲਕਿ ਕਈ ਸਾਲਾਂ ਤੇ ਕਈ ਦਹਾਕਿਆਂ ਦੇ ਵਿੱਚ ਜਦੋਂ ਇਸ ਮਾੜੀ ਵਿਵਸਥਾ, ਜਿਸ ਦੇ ਲਾਭਪਾਤਰ ਵੀ ਇਹ ਸੀਨੀਅਰ ਅਫਸਰ ਹੀ ਹੈਗੇ ਨੇ, ਮੈਂ ਤਾਂ ਸੀਨੀਅਰ ਮੋਸਟ ਅਫਸਰਾਂ ਨੂੰ ਹੀ ਇਸ ਦਾ ਜ਼ਿੰਮੇਵਾਰ ਮੰਨਦਾ, ਤਾਂ ਉਸ ਦੇ ਵਿੱਚ ਇੱਕ IPS ਆਫਿਸਰ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ, ਜੋ ਕਿ ਮੈਂ ਡਾਇਰੈਕਟਲੀ ਤੇ ਸਕੁਅਰਲੀ ਜ਼ਿੰਮੇਵਾਰ ਮੰਨਦਾ, ਕਿਉਂਕਿ ਇਹੀ ਅਫਸਰ ਨੇ ਜਿਨ੍ਹਾਂ ਵਿੱਚ ਇਹ ਮਾਦਾ ਹੁੰਦਾ ਹੈ, ਇਹ ਹਿੰਮਤ ਹੁੰਦੀ ਹੈ ਕਿ ਇੰਡੀਪੈਂਡੈਂਟਲੀ ਆਪਣੇ ਰੁਤਬੇ ਨੂੰ ਮੇਨਟੇਨ ਕਰਦੇ ਹੋਏ ਇੱਕ ਚੰਗੀ ਪੁਲਿਸਿੰਗ ਦੇ ਸਕਦੇ ਨੇ। ਲੇਕਿਨ ਜਦੋਂ ਇਹ ਲੋਕ ਹੀ ਸਾਡੇ ਸਿਆਸੀ ਲੀਡਰਾਂ ਦੇ ਮੁਹਤਾਜ ਹੋਣੇ ਸ਼ੁਰੂ ਹੋ ਜਾਣ, ਜਾਂ ਫਿਰ ਉਸੇ ਸਿਆਸੀ ਸਿਸਟਮ ਦੇ ਵਿੱਚ ਰਹਿ ਕੇ ਰਚ ਬਸ ਜਾਣ, ਇਹਨਾਂ ਨੂੰ ਲੱਗੇ ਵੀ ਸਿਆਸੀ ਚਾਟੋਕਾਰੀਤਾ ਕਰਨਾ ਹੀ ਪੰਜਾਬ ਦੇ DGP ਦੇ ਅਹੁਦੇ ਤੇ ਬੈਠਣ ਦਾ ਜਾਂ ਕਿਸੇ ਜ਼ਿਲ੍ਹੇ ਦੇ SSP ਲੱਗਣ ਦਾ ਇੱਕਮਾਤਰ ਜ਼ਰੀਆ ਹੈ। ਇਸ ਲੈਵਲ ਉੱਤੇ ਤੁਹਾਡੀ ਮਾਨਸਿਕਤਾ ਕੰਮ ਕਰਨੀ ਸ਼ੁਰੂ ਕਰਦਾ ਹੈ, ਤਾਂ ਫਿਰ ਤੁਸੀਂ ਕਿੰਨੀ ਕੁ ਪੁਲਿਸਿੰਗ ਇਫੈਕਟਿਵਲੀ ਕਰ ਸਕੋਗੇ? ਇਹ ਤਾਂ ਤੁਹਾਡੇ ਸਾਹਮਣੇ ਇਸ ਵਕਤ ਪੰਜਾਬ ਦੇ ਵਿੱਚ ਨਿਤ ਰੋਜ਼ ਘਟ ਰਹੀਆਂ ਘਟਨਾਵਾਂ, ਵਾਰਦਾਤਾਂ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਸੋ ਇੰਸਪੈਕਟਰ ਇੰਦਰਜੀਤ, ਡਿਸਮਿਸ ਇੰਸਪੈਕਟਰ ਇੰਦਰਜੀਤ ਅਤੇ ਰਾਜਜੀਤ ਸਿੰਘ ਦੇ ਇਸ ਕੇਸ ਤੋਂ ਲੈਣ ਵਾਲਾ ਸਭ ਤੋਂ ਵੱਡਾ ਸਿੱਖਣ ਵਾਲਾ ਸਬਕ ਹੈ ਇੱਕ ਵਿਆਪਕ ਪੱਧਰ ਦੀ ਇਨਕੁਆਇਰੀ। ਤੇ ਇੱਥੇ ਸਥਿਤੀ ਇਹ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਜਿਹੜੀ ਸਿੱਟ ਨੇ ਸਿਫਾਰਿਸ਼ ਕੀਤੀ ਸੀ ਕਿ ਹੋਰ ਵੀ ਅਫਸਰਾਂ ਦੀ ਪੜਤਾਲ ਕਰੋ, ਉਹਨਾਂ ਦੀ ਵੀ ਸੰਪੱਤੀਆਂ ਦੇ ਵੇਰਵਿਆਂ ਦਾ ਪਤਾ ਕਰੋ, ਇਸ ਚੀਜ਼ ਦੀ ਥੋੜ੍ਹੀ ਜਿਹੀ ਗਹਿਰਾਈ ਦੇ ਵਿੱਚ ਜਾਓ। ਸਿਰਫ 2 ਅਫਸਰ ਨੇ, ਤੁਸੀਂ ਦੇਖੋ ਰਡਾਰ ਤੇ ਸਿਰਫ 2 ਅਫਸਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ, ਮੈਂ ਯਕੀਨੀ ਤੌਰ ਤੇ ਕਹਿ ਸਕਦਾ ਕਿ 1-2 ਨਹੀਂ ਬਲਕਿ ਘੱਟੋ ਘੱਟ 4 ਜਾਂ 5 ਦਰਜਨ ਅਫਸਰ ਹੋਣਗੇ ਜੋ ਕਿ ਇਸੇ ਲੈਵਲ ਦੇ ਉੱਤੇ, ਇਸੇ ਅੰਡਰਸਟੈਂਡਿੰਗ ਦੇ ਨਾਲ ਪੰਜਾਬ ਦੇ ਇਹਨਾਂ ਤਮਾਮ ਬੀਤੇ ਸਾਲਾਂ ਜਾਂ ਦਹਾਕਿਆਂ ਦੌਰਾਨ ਕੰਮ ਕਰਦੇ ਰਹੇ ਹੋਣਗੇ। ਲੇਕਿਨ ਘੁੰਡੀ ਤੇ ਸੂਈ ਸਿਰਫ 2 ਅਫਸਰਾਂ ਤੇ ਅੜੀ, ਤੇ ਉਹਨਾਂ ਦੇ ਵਿੱਚ ਵੀ ਜਾ ਕੇ ਇੱਕ ਨਿਲ ਰਿਪੋਰਟ ਪੰਜਾਬ ਪੁਲਿਸ ਦੇ ਮੁਖੀ ਨੇ ਫਾਈਲ ਕਰਤੀ। ਹਾਲਾਂਕਿ ਸਰਕਾਰ ਇਸ ਚੀਜ਼ ਲਈ ਇਨਸਿਸਟ ਕਰ ਰਹੀ ਹੈ, ਭਗਵੰਤ ਮਾਨ ਚਾਹ ਰਹੇ ਨੇ ਕਿ ਇਸ ਮਾਮਲੇ ਦੀ ਜਾਂਚ ਹੋਵੇ, ਕਿਸੇ ਵੀ ਵੱਡੇ ਉਤਲੇ ਅਹੁਦੇ ਤੇ ਬੈਠੇ ਅਫਸਰ ਨੂੰ ਬਖਸ਼ਿਆ ਨਾ ਜਾਏ। ਲੇਕਿਨ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਇਸ ਪਾਸੇ ਗੱਲਬਾਤ ਤੁਰੇਗੀ, ਇਸ ਪਾਸੇ ਕਾਰਵਾਈ ਤੁਰੇਗੀ? ਸੋ ਮੇਰਾ ਇਹੀ ਮੰਨਣਾ ਹੈ ਤੇ ਮੈਂ ਇਹੀ ਡਿਮਾਂਡ ਵੀ ਚਾਹੁੰਦਾ ਹਾਂ ਵੀ ਆਪਾਂ ਕਰੀਏ ਕਿ ਇਸ ਮਾਮਲੇ ਦੇ ਵਿੱਚ ਵੀ ਇੱਕ ਜੁਡੀਸ਼ੀਅਲ ਇਨਕੁਆਇਰੀ, ਇੰਡੀਪੈਂਡੈਂਟ ਜੁਡੀਸ਼ੀਅਲ ਇਨਕੁਆਇਰੀ ਹੋਵੇ। ਕੋਈ ਛੋਟਾ ਮਸਲਾ ਨਹੀਂ ਹੈ। ਪੰਜਾਬ ਦੇ ਵਿੱਚ ਨਸ਼ੇ ਦੇ 6ਵੇਂ ਦਰਿਆ ਨੂੰ ਲੈ ਕੇ ਇੱਕ ਬੜਾ ਵੱਡਾ ਪੋਲੀਟੀਕਲ ਨੈਰੇਟਿਵ ਰਿਹਾ ਹੈ। ਇਹ ਜਿਹੜੀਆਂ ਸਿੱਟਾਂ ਨੇ ਇਹ ਕੇਸ ਸਪੈਸੀਫਿਕ ਹੈਗੀਆਂ ਨੇ, ਲੇਕਿਨ ਹੁਣ ਇੱਕ ਵੱਡੀ ਜਾਂਚ ਹੋਣੀ ਚਾਹੀਦੀ ਹੈ। ਮੈਂ ਜ਼ਿਕਰ ਵੀ ਕੀਤਾ ਸੀ ਪੰਜਾਬੀ ਲਿੰਕ ਚੈਨਲ ਦੇ ਉੱਤੇ ਆਪਣੀ ਉਸ ਗੱਲਬਾਤ ਦੇ ਵਿੱਚ ਕਿ ਸੰਪੱਤੀਆਂ ਜਿਹੜੀਆਂ ਗੈਰ ਕਾਨੂੰਨੀ ਜਾਂ ਅਵੈਧ ਤਰੀਕੇ ਦੇ ਨਾਲ ਆਮਦਨ ਤੋਂ ਵੱਧ ਜਾਇਦਾਦਾਂ ਇਕੱਠੀਆਂ ਕੀਤੀਆਂ ਗਈਆਂ ਨੇ ਪੁਲਿਸ ਅਫਸਰਾਂ ਵੱਲੋਂ, IAS IPS ਅਫਸਰਾਂ ਵੱਲੋਂ, ਉਹਨਾਂ ਦੇ ਉੱਤੇ ਇੱਕ ਰਿਪੋਰਟ ADGP ਚੰਦਰ ਸ਼ੇਖਰ ਵੱਲੋਂ ਬਣਾਈ ਗਈ ਸੀ। ਇੱਕ ਵਿਸ਼ੇਸ਼ ਕਮਿਸ਼ਨ ਬਣਾਇਆ ਗਿਆ ਸੀ, ਇੱਕ ਕਮੇਟੀ ਬਣਾਈ ਗਈ ਸੀ ਹਾਈ ਕੋਰਟ ਨੇ, ਜਿਹਨੇ ਕਿ ਚੰਡੀਗੜ੍ਹ ਦੇ ਪੈਰੀਫਰੀ ਦੇ ਵਿੱਚ ਜਿਹੜੇ ਪਿੰਡ ਲੱਗਦੇ ਹੈਗੇ ਨੇ ਪੰਜਾਬ ਦੇ, ਜਿੱਥੇ ਕਿ ਬਹੁਤ ਮਹਿੰਗੀ ਕੀਮਤ ਦੀਆਂ ਜ਼ਮੀਨਾਂ IPS ਅਫਸਰਾਂ ਵੱਲੋਂ, IAS ਅਫਸਰਾਂ ਵੱਲੋਂ ਖਰੀਦੀਆਂ ਗਈਆਂ, ਉਸ ਦੀ ਇੱਕ ਬਹੁਤ ਹੀ ਡੈਮਿੰਗ ਜਿਹੜੀ ਰਿਪੋਰਟ ਹੈ ਉਹ ਵੀ ਅੱਜ ਪਬਲਿਕ ਡੋਮੇਨ ਦੇ ਵਿੱਚ ਆਈ। ਜਦੋਂ ਵੀ ਇਸ ਤਰੀਕੇ ਦੀ ਕਮਿਸ਼ਨ ਜਾਂ ਕਮੇਟੀ ਬਣਦੀ ਹੈ, ਉਹ ਆਪਣਾ ਕੰਮ ਜੇ ਸਹੀ ਤਰੀਕੇ ਦੇ ਨਾਲ ਕਰਦੀ ਹੈ, ਉਹ ਬਹੁਤ ਸੀ ਚੀਜ਼ਾਂ ਨੂੰ ਰਿਕਾਰਡ ਤੇ ਜ਼ਰੂਰ ਲੈ ਕੇ ਆਉਂਦੀ ਹੈ। ਠੀਕ ਹੈ, ਉਹ ਸਰਕਾਰਾਂ ਦੀ ਜਾਂ ਅਦਾਲਤਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਉੱਤੇ ਕੋਈ ਕਾਰਵਾਈ ਕਰਨਾ ਨਾ ਕਰਨਾ, ਲੇਕਿਨ ਚੀਜ਼ਾਂ ਦਾ ਬਲੈਕ ਐਂਡ ਵਾਈਟ ਦੇ ਵਿੱਚ ਇੱਕ ਰਿਕਾਰਡ ਦੇ ਉੱਤੇ ਆਉਣਾ ਬੜਾ ਜ਼ਰੂਰੀ ਹੁੰਦਾ। ਇਸੇ ਵਾਸਤੇ ਆਪਾਂ ਬਾਰ-ਬਾਰ ਕਮਿਸ਼ਨਸ ਆਫ ਇਨਕੁਆਇਰੀ ਦੀ ਗੱਲਾਂ ਬਾਤਾਂ ਕਰਦੇ ਹਾਂ। ਸੋ ਇਹਨਾਂ ਕੇਸਾਂ ਦੇ ਵਿੱਚ ਵੀ ਇੰਸਪੈਕਟਰ ਇੰਦਰਜੀਤ ਅਤੇ ਰਾਜਜੀਤ ਤੋਂ ਅੱਗੇ ਵੱਧ ਕੇ ਇੱਕ ਕਮਿਸ਼ਨ ਆਫ ਇਨਕੁਆਇਰੀ ਬੈਠਣੀ ਚਾਹੀਦੀ ਹੈ, ਜੋ ਕਿ ਬੀਤੇ ਕਈ ਸਾਲਾਂ ਤੇ ਦਹਾਕਿਆਂ ਦੇ ਦੌਰਾਨ ਜਿਹੜੇ ORP ਰੈਂਕ ਦਿੱਤੇ ਗਏ, ਜਿਹੜੇ ਅਫਸਰਾਂ ਦੀ ਸਿਫਾਰਿਸ਼ਾਂ ਤੇ ਨਾਲੋਂ ਦਿੱਤੇ ਗਏ, ਜਿਹੜੇ ਅਫਸਰਾਂ ਨੂੰ ਦਿੱਤੇ ਗਏ, ਤੇ ਉਹਨਾਂ ਅਫਸਰਾਂ ਦੀ ਤੈਨਾਤੀ ਬਤੌਰ CIA ਮੁਖੀ ਜਾਂ ਫਿਰ ਕਿਸੇ ਥਾਣੇ ਦੇ ਇੰਚਾਰਜ ਵਜੋਂ ਰਹਿਣ ਮੌਕੇ ਜਿਹੜੇ ਕੇਸ ਦਰਜ ਕੀਤੇ ਗਏ, ਉਹਨਾਂ ਨੂੰ ਸਮੂਹਿਕ ਤੌਰ ਤੇ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਬਣਾਇਆ ਜਾਏ। ਮੁੱਦਾ ਇਹ ਨਹੀਂ ਹੈ ਕਿ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾਵਾਂ ਦੇਣੀਆਂ ਜਾਂ ਦੇ ਸਕਦੇ ਹੋ। ਲੋਕ ਕਹਿ ਸਕਦੇ ਨੇ ਬਹੁਤ ਪੁਰਾਣੇ ਕੇਸ ਹੋ ਚੁੱਕੇ ਨੇ, ਸੋ ਹਾਲਾਂਕਿ ਇਹ ਵਿਸ਼ਾ ਹੋਣਾ ਚਾਹੀਦਾ ਹੈ, ਲੇਕਿਨ ਅੱਜ ਦਾ ਚੈਲੰਜ ਇਹ ਹੈ ਕਿ ਤੁਸੀਂ ਬਲੈਕ ਸ਼ੀਪ ਨੂੰ ਆਇਡੈਂਟੀਫਾਈ ਕਰੋ, ਚੰਗੇ ਅਫਸਰਾਂ ਦੀ ਨਿਸ਼ਾਨਦੇਹੀ ਨਾਲ ਕਰੋ, ਤੇ ਉਹਨਾਂ ਨੂੰ ਉਹਨਾਂ ਦੇ ਬਣਦੇ ਅਹੁਦਿਆਂ ਦੇ ਉੱਤੇ ਵੀ ਬਿਠਾਓ, ਉਹਨਾਂ ਕ੍ਰਿਟੀਕਲ ਪੋਜੀਸ਼ਨ ਦੇ ਉੱਤੇ ਬਿਠਾਓ ਜਿੱਥੇ ਕੋਈ ਸਮਝੌਤੇ ਨਾ ਹੋਣ। ਇੱਕ ਫੇਅਰ ਇਨਵੈਸਟੀਗੇਸ਼ਨ ਜਾਂ ਫੇਅਰ ਜਿਹੜਾ ਪੁਲਿਸ ਦਾ ਕੰਮਕਾਜ ਹੈ, ਇਹ ਅਫਸਰ ਜੋ ਕਿ ਆਪਣੇ ਤਜਰਬੇ, ਆਪਣੀ ਕੁਆਲੀਫਿਕੇਸ਼ਨਸ ਦੇ ਕਾਰਨ ਚੰਗੇ ਅਫਸਰ ਹੈਗੇ ਨੇ, ਲੇਕਿਨ ਅੱਜ ਤੁਸੀਂ ਇਹਨਾਂ ਨੂੰ ਪੁਲਿਸ ਲਾਈਨ ਜਾਂ ਖੁੱਡੇ ਲਾਈਨ ਜਿਹਨੂੰ ਕਿਹਾ ਜਾਂਦਾ ਹੈ, ਉੱਥੇ ਵੀ ਬਹੁਤ ਜਿਹੇ ਕਾਬਲ ਅਫਸਰਾਂ ਨੂੰ ਅੱਜ ਲਾ ਰੱਖਿਆ ਹੈ। ਸੋ ਉਹ ਸਾਰੇ ਦੇ ਸਾਰੇ ਅਫਸਰਾਂ ਦਾ ਖਾਕਾ ਬਣਨਾ ਚਾਹੀਦਾ। ਇੱਕ ਪ੍ਰੋਪਰ ਓਵਰਹੌਲਿੰਗ ਦੀ ਜ਼ਰੂਰਤ ਹੈ।
ਆ ਜਿਹੜੇ ਛੋਟੇ ਮੋਟੇ ਪਿਛਲੀ ਵੀ ਰਿਪੋਰਟ ਵਿੱਚ ਮੈਂ ਆਪਾਂ ਗੱਲ ਕੀਤੀ ਸੀ, ਧਮਾਕੇ ਹੋ ਜਾਂਦੇ ਨੇ ਜੀ, ਜਿਹੜੀਆਂ ਚੀਜ਼ਾਂ ਲੱਗਦਾ ਕਿ ਪੁਲਿਸ ਤੇ ਬਸ ਜਾਂ ਕਾਬੂ ਦੇ ਵਿੱਚ ਆ ਨਹੀਂ ਰਹੀਆਂ, ਇਹ ਬਹੁਤ ਛੋਟੀਆਂ ਗੱਲਾਂ ਬਾਤਾਂ ਨੇ। ਪੰਜਾਬ ਪੁਲਿਸ ਇੱਕ ਬੜੀ ਕੰਪੀਟੈਂਟ ਫੋਰਸ ਹੈ, ਲੇਕਿਨ ਅੱਜ ਉਸ ਕੰਪੀਟੈਂਟ ਪੁਲਿਸ ਫੋਰਸ ਦੇ ਜਿਹੜੇ ਕਾਬਲ ਅਫਸਰ ਨੇ ਉਹਨਾਂ ਨੂੰ ਕਿਤੇ ਦਬਾ ਕੇ ਥੱਲੇ ਰੱਖਿਆ ਗਿਆ ਹੈ। ਤੇ ਅੱਗੇ ਕੌਣ ਲਿਆਂਦੇ ਜਾਂਦੇ ਨੇ? ਅੱਗੇ ਇੰਦਰਜੀਤ ਵਰਗੇ ਜਾਂ ਰਾਜਜੀਤ ਵਰਗੇ ਉਹ ਅਫਸਰ ਲਿਆਂਦੇ ਜਾਂਦੇ ਨੇ ਜੋ ਕਿ ਕਰਪਸ਼ਨ ਦੇ ਵਿੱਚ, ਭ੍ਰਿਸ਼ਟਾਚਾਰ ਦੇ ਵਿੱਚ ਖੁਬੇ ਹੋਏ ਨੇ, ਡੁੱਬੇ ਹੋਏ ਨੇ। ਸੋ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਸੁਨੇਹਾ ਸੀ, ਇਹੀ ਗੱਲਬਾਤ ਮੈਂ ਕਰਨਾ ਚਾਹੁੰਦਾ ਸੀ, ਕਿਉਂਕਿ ਇਸ ਵਿਸ਼ੇ ਦੇ ਉੱਤੇ ਤਕਰੀਬਨ ਅੱਧੇ ਦਰਜਨ ਰਿਪੋਰਟਾਂ ਆਪਾਂ ਬਣਾਈਆਂ ਨੇ, ਲੇਕਿਨ ਜਦੋਂ ਲੋੜ ਹੋਈ ਹੈ ਤਦੇ ਬਣਾਈਆਂ ਨੇ। ਸਿਰਫ ਖਬਰਾਂ ਦੇ ਉੱਤੇ ਰਿਐਕਟ ਕਰਨ ਵਜੋਂ ਮੈਂ ਰਿਪੋਰਟਾਂ ਨਹੀਂ ਬਣਾਉਂਦਾ। ਸੋ ਕਈ ਹਫ਼ਤਿਆਂ ਤੋਂ ਇਹ ਚੀਜ਼ ਜ਼ਹਿਨ ਦੇ ਵਿੱਚ ਸੀ। ਸੋ ਅੱਜ ਸੋਚਿਆ ਕਿ ਅੱਜ ਇਸ ਰਿਪੋਰਟ ਦੇ ਜ਼ਰੀਏ ਉਹ ਗੱਲਾਂ ਬਾਤਾਂ ਤੁਹਾਡੇ ਨਾਲ ਵਿਚਾਰ ਸਾਂਝੇ ਜ਼ਰੂਰ ਕਰੀਏ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਛੇਤੀ ਇੱਕ ਹੋਰ ਰਿਪੋਰਟ ਲੈ ਕੇ ਫੇਰ ਹਾਜ਼ਰ ਹੋਵਾਂਗਾ।